ਜਦੋਂ ਕੋਈ ਦੁਨਿਆਵੀ ਬੰਦਾ ਕਿਸੇ ਨੂੰ ਨਸ਼ੇ ਤੋਂ ਵਰਜਿਤ ਕਰਦਾ ਹੈ, ਉਹ ਸਮਝਾਉਂਦਾ ਹੈ ਕਿ ਨਸ਼ਾ ਕਰਨ ਨਾਲ ਤੇਰਾ ਸਰੀਰ ਬਿਮਾਰ ਹੋ ਜਾਵੇਗਾ। ਨਸ਼ਾ ਕਰਨ ਨਾਲ ਤੂੰ ਗਰੀਬ ਹੋ ਜਾਵੇਂਗਾ, ਜਿੰਨਾ ਘਰ ਦਾ ਭਾਂਡਾ ਛੰਨਾ ਹੈ ਸਾਰਾ ਕੁਝ ਵੇਚ ਦੇਵੇਂਗਾ। ਫਿਰ ਨਸ਼ੇ ਦੇ ਨਾਲ ਤੇਰੇ ਪਰਿਵਾਰ ਦੇ ਵਿੱਚ ਝਗੜੇ ਪੈਦਾ ਹੋਣਗੇ, ਪਰਿਵਾਰ ਦੇ ਜੀਆਂ ਨਾਲ ਤੇਰੀ ਅਣਬਣ ਹੋਵੇਗੀ। ਇਹ ਇੱਕ ਸਮਝਾਉਣ ਦਾ ਢੰਗ ਹੈ ਕਿ ਨਸ਼ਾ ਕਰਨ ਦੇ ਤੈਨੂੰ ਕਈ ਨੁਕਸਾਨ ਨੇ। ਪਰ ਕਈਆਂ ਦੇ ਸਰੀਰ ਦੀ ਹੱਡੀ ਇੰਨੀ ਮਜ਼ਬੂਤ ਹੁੰਦੀ ਹੈ, ਨਸ਼ਾ ਕਰਨ ਦੇ ਬਾਵਜੂਦ ਵੀ 100-100 ਸਾਲ ਉਮਰ ਭੋਗ ਜਾਂਦੀ। ਤੇ ਜਿਸ ਬੰਦੇ ਦੇ ਘਰ ਵਿੱਚ ਬਹੁਤ ਜ਼ਿਆਦਾ ਪੈਸਾ ਦੌਲਤ ਧਨ ਹੈ, ਉਹਨੂੰ ਜਿੰਨਾ ਮਰਜ਼ੀ ਤੁਸੀਂ ਸਮਝਾਈ ਜਾਓ ਕਿ ਨਸ਼ਾ ਕਰਨ ਦੇ ਨਾਲ ਤੇਰੇ ਪੈਸੇ ਦੀ ਬਰਬਾਦੀ ਹੈ, ਉਹ ਆਖੇਗਾ ਕਿੰਨੀ ਕੁ ਬਰਬਾਦੀ ਹੋ ਜਾਵੇਗੀ। ਕੋਈ 2 ਕਿੱਲੇ 4 ਕਿੱਲੇ ਵਿਕ ਜਾਣਗੇ, ਸੁੱਖ ਨਾਲ ਮੈਂ 100 ਕਿੱਲੇ ਦਾ ਮਾਲਕ ਹਾਂ, ਬੜੀ ਪ੍ਰਾਪਰਟੀ ਦਾ ਮਾਲਕ ਹਾਂ, ਨਸ਼ੇ ਦੇ ਨਾਲ ਮੇਰਾ ਕਿੰਨਾ ਕੁ ਕੁਝ ਵਿਕ ਜਾਵੇਗਾ। ਇਸ ਕਰਕੇ ਜਿਹੜਾ ਜ਼ਿਆਦਾ ਧਨਵਾਨ ਅਮੀਰ ਹੈ, ਉਸ ਨੂੰ ਪੈਸੇ ਦੀ ਬਰਬਾਦੀ ਦਾ ਵੀ ਤੁਸੀਂ ਡਰ ਨਹੀਂ ਦੇ ਸਕਦੇ, ਕਿਉਂਕਿ ਪੈਸਾ ਬਰਬਾਦ ਹੋਣ ਦਾ ਉਸ ਨੂੰ ਕੋਈ ਵੀ ਡਰ ਨਹੀਂ। ਤੇ ਸਿਹਤ ਚੰਗੀ ਹੈ, ਸਰੀਰ ਦੀ ਹੱਡੀ ਮਜ਼ਬੂਤ ਹੈ, ਤੇ ਨਸ਼ਾ ਕਰਨ ਨਾਲ ਵੀ ਕਈ ਉਮਰ ਬਹੁਤ ਭੋਗ ਜਾਂਦੇ ਨੇ। ਇਸ ਕਰਕੇ ਜਦੋਂ ਕਿਸੇ ਰੱਬੀ ਮਹਾਤਮਾ ਮਹਾਂਪੁਰਖ ਨੇ ਨਸ਼ਈ ਨੂੰ ਨਸ਼ਾ ਕਰਨ ਤੋਂ ਰੋਕਿਆ ਤੇ ਉਹਦੇ ਸਮਝਾਉਣ ਦਾ ਢੰਗ ਕੁਝ ਹੋਰ ਹੈ। ਉਸਨੇ ਆਖਿਆ, ਭਲਿਆ ਪੁਰਖਾ, ਭਾਵੇਂ ਇਸ ਨਸ਼ੇ ਦੇ ਨਾਲ ਵੀ ਤੈਨੂੰ 4 ਕੁਪਹਿਰਾਂ ਦੀ ਖੁਮਾਰੀ ਚੜ੍ਹਦੀ ਹੈ, ਪਰ ਰਾਤ ਨੂੰ ਨਸ਼ਾ ਕਰਕੇ ਸੌਵੇਂਗਾ, ਸਵੇਰ ਤੱਕ ਉਹ ਨਸ਼ਾ ਉਤਰ ਜਾਏਗਾ। ਪਰਮਾਤਮਾ ਦੇ ਪਿਆਰਿਆਂ ਨੇ ਪੈਸੇ ਦੀ ਬਰਬਾਦੀ ਦਾ ਡਰ ਨਹੀਂ ਦਿੱਤਾ, ਕਿਉਂਕਿ ਹੋ ਸਕਦਾ ਹੈ ਨਸ਼ਾ ਕਰਨ ਵਾਲਾ ਅੱਗੋਂ ਆਖ ਦੇਵੇ ਮੇਰੇ ਕੋਲ ਪੈਸਾ ਹੈ ਹੀ ਬਹੁਤ ਜ਼ਿਆਦਾ, ਮੈਨੂੰ ਪੈਸੇ ਦੀ ਬਰਬਾਦੀ ਦਾ ਡਰ ਹੀ ਨਹੀਂ। ਉਹਨਾਂ ਨੇ ਸਿਹਤ ਖਰਾਬ ਹੋਣ ਦਾ ਵੀ ਡਰ ਨਹੀਂ ਦਿੱਤਾ, ਕਿਉਂਕਿ ਸਿਹਤ ਨੇ ਵੀ ਆਖਰ ਇੱਕ ਦਿਨ ਬਿਮਾਰ ਹੋਣਾ ਹੈ ਤੇ ਸਰੀਰ ਨੇ ਬਿਨਸ ਜਾਣਾ ਹੈ। ਇਸ ਕਰਕੇ ਇਹੀ ਲਾਲਚ ਤੇ ਇਹੀ ਸਮਝਾਇਆ ਗਿਆ ਕਿ ਭਲਿਆ ਪੁਰਸ਼ਾ, ਜਦੋਂ ਤੱਕ ਤੂੰ ਇਸ ਨਸ਼ੇ ਦੇ ਵਿੱਚ ਨਸ਼ੇ ਦਾ ਆਦੀ ਬਣਿਆ ਰਹੇਗਾ, ਉਦੋਂ ਤੱਕ ਨਾਮ ਦਾ ਰਸ ਨਹੀਂ ਮਾਣ ਸਕਦਾ। ਬੇਸ਼ੱਕ ਸ਼ਰਾਬ ਪੀਣ ਦੇ ਵਿੱਚੋਂ ਤੈਨੂੰ ਰਸ ਆਉਂਦਾ ਹੈ, ਪਰ ਚੇਤੇ ਰੱਖੀ ਇਸ ਮਨੁੱਖਾ ਜਨਮ ਦੇ ਵਿੱਚ ਇੱਕ ਹੋਰ ਰਸ ਤੂੰ ਮਾਣ ਸਕਦਾ ਹੈ, ਸ਼ਰਾਬ ਜਿਸ ਦੇ ਪਾਸਕ ਵੀ ਨਹੀਂ। ਉਸ ਨਾਮ ਦੇ ਰਸ ਨੂੰ ਮਾਣਨ ਵਾਸਤੇ ਇਹਨਾਂ ਨਸ਼ਿਆਂ ਦਾ ਤਿਆਗ ਕਰਨਾ ਪਵੇਗਾ। ਕਿ ਬੇਸ਼ੱਕ ਤੂੰ ਨਸ਼ੇ ਕਰਦਾ ਹੈ, ਕਰਦਾ ਰਹੋ, ਪਰ ਯਾਦ ਰੱਖੀ ਇਹਨਾਂ ਨਸ਼ਿਆਂ ਤੋਂ ਇਲਾਵਾ ਵੀ ਇੱਕ ਨਸ਼ਾ ਹੈ। ਇਸ ਰਸ ਤੋਂ ਬਗੈਰ ਵੀ ਇੱਕ ਰਸ ਹੈ, ਤੇ ਉਸ ਰਸ ਨੂੰ ਮਨੁੱਖਾ ਜਨਮ ਵਿੱਚ ਹੀ ਮਾਣਿਆ ਜਾ ਸਕਦਾ ਹੈ, ਬਾਕੀ ਜੀਵ ਜੰਤੂ ਜਾਨਵਰ ਨਹੀਂ ਮਾਣ ਸਕਦੇ। ਫਿਰ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਸਮਝਾਉਣ ਦਾ ਢੰਗ ਹੋਰ ਬੜਾ ਨਿਰਾਲਾ ਸੀ। ਇੱਕ ਸ਼ਰਾਬੀ ਆਦਮੀ ਨੂੰ ਕਹਿਣ ਲੱਗੇ ਕਿ ਸ਼ਰਾਬ ਦਾ ਪਿਆਲਾ ਭਰ ਕੇ ਕੁੱਤੇ ਦੇ ਅੱਗੇ ਰੱਖ। ਮਹਾਂਪੁਰਖਾਂ ਦੀ ਆਗਿਆ ਮੰਨ ਕੇ ਜਦੋਂ ਕੁੱਤੇ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ ਤੇ ਕੁੱਤਾ ਉਸ ਨੂੰ ਸੁੰਘ ਕੇ ਵਾਪਸ ਮੁੜ ਗਿਆ। ਤੇ ਬਾਬਾ ਜੀ ਕਹਿਣ ਲੱਗੇ ਕਿ ਜਿਸ ਘਿਨਾਉਣੀ ਤੇ ਨਖਿੱਧ ਵਸਤੂ ਨੂੰ ਕੁੱਤਾ ਵੀ ਨਹੀਂ ਪੀਂਦਾ, ਬੰਦਾ ਉਸ ਨੂੰ ਕਿਵੇਂ ਪੀ ਜਾਂਦਾ ਹੈ, ਇਹ ਮੇਰੀ ਸਮਝ ਵਿੱਚ ਨਹੀਂ ਆਉਂਦਾ। ਬੰਦਾ ਕੀ ਕੁੱਤੇ ਨਾਲੋਂ ਵੀ ਮਾੜਾ ਹੈ ਕਿ ਜਿਸ ਸ਼ਰਾਬ ਨੂੰ ਕੁੱਤਾ ਵੀ ਨਹੀਂ ਪੀਂਦਾ, ਬੰਦਾ ਪੀ ਜਾਂਦਾ। ਆੜਦਾ ਹੋਵੇ, ਮਹਾਰਾਜ ਨੇ ਉਸ ਤੋਂ ਵਰਜਿਆ ਹੈ।
ਭਾਵੇਂ ਉਹ ਅਫੀਮ, ਭਾਵੇਂ ਸੁੱਖਾ, ਭੰਗ ਆਦਿਕ ਹੋਵੇ, ਇਹਨਾਂ ਨਸ਼ਿਆਂ ਤੋਂ ਮਹਾਰਾਜ ਨੇ ਰੋਕਿਆ ਹੈ। ਸਾਹਿਬਾਂ ਦੀ ਬਾਣੀ ਦਾ ਪਵਿੱਤਰ ਬਚਨ ਹੈ, ਕਬੀਰ ਭਾਂਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ, ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਕਬੀਰ ਸਾਹਿਬ ਕਹਿੰਦੇ ਜਿਹੜਾ ਮੱਛੀ ਦਾ ਮਾਸ ਖਾਂਦਾ ਹੈ, ਭੰਗ ਪੀਂਦਾ ਹੈ ਤੇ ਸ਼ਰਾਬ ਦਾ ਸੇਵਨ ਕਰਦਾ ਹੈ, ਇਹਨਾਂ ਨਸ਼ਿਆਂ ਦਾ ਆਦੀ ਆਦਮੀ ਭਾਵੇਂ ਜਿੰਨੇ ਮਰਜ਼ੀ ਤੀਰਥਾਂ ਤੇ ਜਾ ਕੇ ਵਰਤ ਰੱਖ ਲਵੇ, ਨੇਮ ਕਰ ਲਵੇ, ਕਰਮ ਧਰਮ ਪੂਜਾ ਕਰ ਲਵੇ, ਉਸ ਦੇ ਸਾਰੇ ਨੇਮ ਹੀ ਵਿਅਰਥ ਜਾਣਗੇ, ਕਿਉਂਕਿ ਉਹ ਵਿਅਕਤੀ ਨਸ਼ੇ ਕਰਕੇ ਆਪਣੇ ਸਾਰੇ ਕਰਮਾਂ ਨੂੰ ਬਰਬਾਦ ਕਰ ਰਿਹਾ। ਤਾਂ ਕਰਕੇ ਹਜ਼ੂਰ ਨੇ ਸਾਨੂੰ ਵਰਜਿਆ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮਲ ਗਲੋਲਾ ਕੂੜ ਕਾ। ਉਸ ਅਮਲੀ ਦੇ ਸਵਾਲ ਕਰਨ ਤੇ ਕਿ ਮਹਾਰਾਜ ਥੋੜੀ ਬਹੁਤ ਸ਼ਰਾਬ ਪੀ ਲੈਣੀ ਚਾਹੀਦੀ ਹੈ, ਥੋੜਾ ਬਹੁਤ ਨਸ਼ਾ ਕਰ ਲੈਣਾ ਚਾਹੀਦਾ। ਤੇ ਪਿਆਰਿਓ, ਜਦੋਂ ਕੋਈ ਨਸ਼ਈ ਬਣਦਾ ਹੈ, ਨਸ਼ੇੜੀ ਬਣਦਾ, ਉਹ ਥੋੜੇ ਤੋਂ ਹੀ ਸ਼ੁਰੂਆਤ ਕਰਦਾ। ਪਹਿਲਾਂ ਮਾਸਾ, ਫਿਰ ਤੋਲਾ ਅਫੀਮ, ਫਿਰ ਸਹਿਜੇ ਸਹਿਜੇ ਉਹਦੀ ਮਿਕਦਾਰ ਵੱਧਦੀ ਜਾਂਦੀ। ਤੇ ਕਈ ਵਿਚਾਰੇ ਭੋਲੇ ਭਾਲੇ ਤਾਂ ਸਵਾਦ ਵੇਖਣ ਦੇ ਵਿੱਚ ਹੀ ਆਪਣਾ ਸਤਿਆਨਾਸ਼ ਕਰ ਲੈਂਦੇ ਨੇ। ਜਿੱਥੇ 4 ਬੰਦੇ ਇਕੱਠੇ ਹੋਏ, ਉਹਨਾਂ ਨੇ ਲਾਲਚ ਦੇ ਦਿੱਤਾ ਕਿ ਤੂੰ ਇੱਕ ਵਾਰੀ ਸਵਾਦ ਤੇ ਵੇਖ, ਇੱਕ ਵਾਰੀ ਪੀ ਕੇ ਤਾਂ ਵੇਖ ਕੇ ਦਾ ਕੀ ਆਨੰਦ ਹੈ, ਕੀ ਨਜ਼ਾਰਾ ਹੈ। ਬਸ ਸਵਾਦ ਵੇਖਣ ਦੇ ਵਿੱਚ ਹੀ ਐਸਾ ਫਸ ਗਿਆ ਨਸ਼ੇ ਦੇ ਵਿੱਚ ਕਿ ਸਰੀਰ ਦਾ, ਸਿਹਤ ਦਾ, ਪੈਸੇ ਦਾ ਸਤਿਆਨਾਸ਼ ਕਰ ਲਿਆ ਤੇ ਗੁਰੂ ਤੋਂ ਵੀ ਬੇਮੁਖ ਹੋ ਗਿਆ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਅਮਲੀ ਨਸ਼ੇੜੀ ਨੂੰ ਜਵਾਬ ਦਿੰਦੇ ਹੋਏ ਸਤਿਗੁਰੂ ਪਾਤਸ਼ਾਹ ਸ਼ਬਦ ਉਚਾਰਨ ਕਰਦੇ ਹਨ ਕਿ ਅਮਲ ਗਲੋਲਾ ਕੂੜ ਕਾ। ਗਲੋਲਾ ਮਤਲਬ ਮਾਵਾ, ਅਫੀਮ ਦੀ ਗੋਲੀ। ਅਫੀਮ ਦੀ ਗੋਲੀ ਦਾ ਅਮਲ ਝੂਠ ਦਾ ਨਸ਼ਾ ਹੈ। ਇਹ ਨਸ਼ਾ ਝੂਠਾ ਹੈ। ਝੂਠੇ ਤੋਂ ਭਾਵ ਕਿ ਇਹ ਨਸ਼ਾ ਸਦੀਵੀ ਨਹੀਂ, ਕਿਉਂਕਿ ਅੱਕ ਧਤੂਰੇ ਦਾ, ਅਫੀਮ ਦਾ ਨਸ਼ਾ, ਸ਼ਰਾਬ ਦਾ ਨਸ਼ਾ 4 ਪੈਰਾਂ ਦੇ ਵਿੱਚ ਉਤਰ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯੋਗੀ ਰਾਜ ਭਰਥਰੀ ਹਰੀ ਨੇ ਵੀ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਤੁਸੀਂ ਕਿਹੜੇ ਨਾਮ ਰਸ ਦੀਆਂ ਗੱਲਾਂ ਕਰਦੇ ਹੋ, ਪਤਾ ਨਹੀਂ ਉਹ ਨਾਮ ਰਸ ਪ੍ਰਾਪਤ ਹੋਵੇਗਾ ਵੀ ਜਾਂ ਨਹੀਂ ਹੋਵੇਗਾ। ਆ ਸ਼ਰਾਬ ਦਾ ਨਸ਼ਾ ਇੱਕ ਵਾਰੀ ਕਰਕੇ ਵੇਖੋ ਤੇ ਫੇਰ ਦੱਸਿਓ ਕਿ ਕੈਸਾ ਆਨੰਦ ਆਉਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਰਥਰੀ, ਮੇਰੇ ਕੋਲ ਵੀ ਇੱਕ ਸ਼ਰਾਬ ਹੈ, ਮੇਰੇ ਕੋਲ ਵੀ ਇੱਕ ਰਸ ਹੈ, ਪਰ ਉਸ ਰਸ ਨੂੰ ਤਿਆਰ ਕਰਨ ਦੀ ਤਰਕੀਬ ਕੁਝ ਵੱਖਰੀ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਨਿਸ ਬੰਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਹਜੂਰ ਕਹਿਣ ਲੱਗੇ ਗੁੜ ਕਰ ਗਿਆਨ, ਗਿਆਨ ਨੂੰ ਗੁੜ ਬਣਾ ਕੇ ਧਿਆਨ ਕਰ ਧਾਵੇ। ਧਾਵੇ ਦਾ ਫੁੱਲ ਜਿਹੜਾ ਸ਼ਰਾਬ ਬਣਾਉਣ ਵੇਲੇ ਵਿੱਚ ਪਾਇਆ ਜਾਂਦਾ ਹੈ, ਪਰਮਾਤਮਾ ਨਾਲ ਸੁਰਤ ਜੋੜਨੀ, ਇਹੋ ਹੀ ਮੇਰੇ ਵਾਸਤੇ ਧਾਵੇ ਦਾ ਫੁੱਲ ਹੈ। ਕਰ ਕਰਨੀ ਕਸ ਪਾਈਐ, ਚੰਗੀ ਕਰਨੀ, ਉੱਚਾ ਆਚਰਣ, ਵਧੀਆ ਕਰੈਕਟਰ, ਇਹ ਕਿੱਕਰ ਦਾ ਸੱਕ ਹੈ। ਤੇ ਪਾਠੀ ਭਵਨ ਪ੍ਰੇਮ ਕਾ ਪੋਚਾ, 14 ਭਵਨ ਭਾਵ ਜਿੰਨਾ ਸਮੁੱਚਾ ਬ੍ਰਹਿਮੰਡ ਹੈ, ਮਾਨੋ ਕਿ ਇਹ ਸਮੁੱਚਾ ਬ੍ਰਹਿਮੰਡ ਇੱਕ ਭੱਠੀ ਹੈ। ਇਹਦੇ ਉੱਪਰ ਪ੍ਰੇਮ ਕਾ ਪੋਚਾ, ਪਰਮੇਸ਼ਰ ਦੀ ਭਾਵਨਾ, ਉਹਦੇ ਨਾਲ ਪ੍ਰੇਮ ਧਾਰਨਾ, ਇਹੀ ਮੈਂ ਭੱਠੀ ਦੇ ਉੱਪਰ ਪੋਚਾ ਫੇਰਿਆ ਹੈ। ਇਤ ਰਸ ਅਮਿਓ ਚੁਆਈਐ, ਇਸ ਭੱਠੀ ਦੇ ਵਿੱਚੋਂ ਅੰਮ੍ਰਿਤ ਰਸ ਨਾਮ ਰਸ ਚੋਂਦਾ ਹੈ।
ਇਹ ਸਮੱਗਰੀ ਲੈ ਕੇ ਮੈਂ ਵੀ ਇੱਕ ਸ਼ਰਾਬ ਤਿਆਰ ਕੀਤੀ ਹੈ ਔਰ ਉਹਦਾ ਨਾਮ ਹੈ ਅੰਮ੍ਰਿਤ ਰਸ। ਬਾਬਾ ਮਨ ਮਤਵਾਰੋ ਨਾਮ ਰਸ ਪੀ, ਸਹਿਜ ਰੰਗ ਰਚ ਰਹਿਆ, ਅਹਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਇਸ ਨਾਮ ਦੀ ਖੁਮਾਰੀ ਦਿਨ ਰਾਤ ਬਣੀ ਰਹੀ। ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪਿਆਏ, ਜਾਂ ਕੋ ਨਦਰ ਕਰੇ। ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂ ਪਾਉ ਤਰੇ। ਇਹ ਸੱਚੇ ਨਾਮ ਦਾ ਪਿਆਲਾ ਵਾਹਿਗੁਰੂ ਉਸ ਨੂੰ ਦਿੰਦਾ ਹੈ ਜਿਹਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਹੈ। ਤੇ ਭਰਥਰੀ ਜਿਹੜਾ ਨਾਮ ਅੰਮ੍ਰਿਤ ਦਾ ਵਪਾਰੀ ਹੈ, ਨਾਮ ਅੰਮ੍ਰਿਤ ਦਾ ਗਾਹਕ ਹੈ, ਉਹ ਝੂਠੇ ਨਸ਼ਿਆਂ ਦੇ ਵਿੱਚ ਕਦੇ ਵੀ ਪ੍ਰੀਤ, ਉਹ ਝੂਠੇ ਨਸ਼ਿਆਂ ਵਿੱਚੋਂ ਸਵਾਦ ਨਹੀਂ ਲੈਂਦਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠੈ ਕਰੇ ਕਿਆ। ਗੁਰੂ ਦੀ ਸਿੱਖਿਆ ਕੀ ਹੈ? ਅੰਮ੍ਰਿਤ ਬਾਣੀ। ਗੁਰਬਾਣੀ ਗੁਰੂ ਦੀ ਸਿੱਖਿਆ ਹੈ। ਜਿਸ ਗੁਰਬਾਣੀ ਰੂਪੀ ਅੰਮ੍ਰਿਤ ਨੂੰ ਪੀ ਕੇ ਗੁਰੂ ਦਾ ਸਿੱਖ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਤੇ ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠੈ ਕਰੇ ਕਿਆ। ਅਸਲ ਵਿੱਚ ਸਿੱਧ ਪੁਰਸ਼ ਮੁਕਤੀ ਦੇ ਗਾਹਕ ਸੀ। ਮਹਾਰਾਜ ਕਹਿੰਦੇ ਜਿਹੜਾ ਰੱਬ ਦੇ ਦਰਸ਼ਨਾਂ ਦਾ ਵਪਾਰੀ ਹੈ, ਉਹਨੇ ਭਲਾ ਮੁਕਤੀ ਨੂੰ ਕੀ ਕਰਨਾ? ਉਹਦੇ ਵਾਸਤੇ ਮੁਕਤੀ ਇੱਕ ਰਸਤੇ ਦਾ ਰੋੜਾ ਹੈ। ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਮੇਰਾ ਮਨ ਮਸਤ ਹੋ ਗਿਆ ਹੈ, ਅੰਮ੍ਰਿਤ ਧਾਰ ਗਗਨ 10 ਦੁਆਰ। ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਚੱਖ ਕੇ ਮੇਰੇ ਮਨ ਨੂੰ ਇੱਕ ਅਦੁੱਤੀ ਆਨੰਦ ਪ੍ਰਾਪਤ ਹੋ। ਇਸ ਕਰਕੇ ਗਰੀਬ ਨਵਾਜ ਬਾਦਸ਼ਾਹ ਬਖਸ਼ਿਸ਼ ਕਰਦੇ ਹਨ ਕਿ ਅਮਲ ਗਲੋਲਾ ਕੂੜ ਕਾ, ਇਹ ਝੂਠਾ ਨਸ਼ਾ ਹੈ। ਇਸ ਨਸ਼ੇ ਦੀ ਖੁਮਾਰੀ ਕੁਝ ਪਲਾਂ ਵਿੱਚ, ਕੁਝ ਘੰਟਿਆਂ ਦੇ ਵਿੱਚ ਉਤਰ ਜਾਂਦੀ ਹੈ। ਦਿੱਤਾ ਦੇਵਨਹਾਰ, ਦੇਵਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਮਨਮੁਖਾਂ ਸਾਖਤਾਂ ਅਤੇ ਗੁਰੂ ਨਾਲੋਂ ਬੇਮੁਖ ਹੋਇਆਂ ਨੂੰ ਇਹ ਨਸ਼ਾ ਦਿੱਤਾ ਹੈ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਉਹਨਾਂ ਨਸ਼ੇ ਦੇ ਵਿੱਚ ਮਸਤ ਹੋਇਆਂ ਨੇ ਜਿਨ੍ਹਾਂ ਦੀ ਜਿੰਦ ਜਾਨ ਮਤੀ ਭਾਵ ਮਸਤ ਹੋ ਗਈ ਹੈ, ਉਹਨਾਂ ਦਾ ਮਨ ਮਤਵਾਲਾ ਹੋ ਗਿਆ ਹੈ। ਗੁਰਬਾਣੀ ਦਾ ਬਚਨ ਹੈ ਕਿ ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ। ਇਹ ਨਸ਼ਾ ਇੰਨਾ ਖਤਰਨਾਕ ਹੈ ਜਿਹੜਾ ਸੁਰਤ ਨੂੰ ਬਰਲ ਚੜਾਉਂਦਾ ਹੈ। ਇਹ ਵੀ ਸੁਰਤ ਨਹੀਂ ਰਹਿੰਦੀ ਕਿ ਮੈਂ ਆਪਣੀ ਮਾਂ ਕੋਲ, ਭੈਣ ਕੋਲ ਜਾਂ ਘਰ ਵਾਲੀ ਕੋਲ ਬੈਠਾ ਹਾਂ, ਬੋਲਣ ਲੱਗਿਆ ਨਹੀਂ ਸੋਚਦਾ, ਮੂੰਹੋਂ ਊਲ ਜਲੂਲ ਬੋਲਦਾ ਹੈ। ਤਾਂ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਨੂੰ ਇਹ ਹਦਾਇਤ ਕਰਦੇ ਹਨ ਕਿ ਮਤੀ ਮਰਨ ਵਿਸਾਰਿਆ। ਨਸ਼ੇ ਦੇ ਆਦੀਆਂ ਨੇ ਮੌਤ ਨੂੰ ਭੁਲਾ ਦਿੱਤਾ ਹੈ। ਤੇ ਹਕੀਕਤ ਹੈ ਨਸ਼ੇੜੀ ਬੰਦੇ ਵਾਸਤੇ ਜ਼ਿੰਦਗੀ ਦੀ ਕੋਈ ਕੀਮਤ ਨਹੀਂ। ਉਹ ਨਸ਼ੇ ਦੀ ਭੱਠੀ ਵਿੱਚ ਆਪਣੇ ਕੀਮਤੀ ਸਰੀਰ ਨੂੰ ਝੋਕ ਦਿੰਦਾ ਹੈ। ਸਰੀਰ ਦਾ ਸਤਿਆਨਾਸ਼ ਕਰ ਲੈਂਦਾ ਹੈ। ਹਾਲਾਂਕਿ ਇਹ ਸਰੀਰ, ਇਹ ਸਿਹਤ ਪਰਮਾਤਮਾ ਵੱਲੋਂ ਦਿੱਤੀ ਇੱਕ ਵਡਮੁੱਲੀ ਦਾਤ ਹੈ, ਪਰ ਅਮਲ ਕਰ ਕਰਕੇ ਆਪਣੇ ਗੁਰਦੇ, ਕਿਡਨੀਆਂ, ਇਹ ਸਾਰਾ ਕੁਝ ਹੀ ਸਤਿਆਨਾਸ਼ ਕਰ ਲੈਂਦਾ। ਮਰਨ ਵਿਸਾਰਿਆ ਕਿਉਂਕਿ ਮੌਤ ਭੁਲਾ ਦਿੱਤੀ। ਇੰਜ ਲੱਗਦਾ ਹੈ ਕਿ ਜਿਵੇਂ ਬਸ ਐਵੇਂ ਹੀ ਖਾਣਾ ਹੰਡਾਉਣਾ, 4 ਦਿਨ ਖਾਣਾ ਪੀਣਾ, ਇਹੋ ਹੀ ਜ਼ਿੰਦਗੀ ਮੇਰੀ ਚੱਲਦੀ ਜਾਵੇਗੀ। ਮੌਤ ਅਤੇ ਮੌਤ ਤੋਂ ਬਾਅਦ ਮਿਲਣ ਵਾਲੀਆਂ ਸਜ਼ਾਵਾਂ ਬਾਰੇ ਨਸ਼ਈ ਬੰਦਾ ਕਦੇ ਨਹੀਂ ਸੋਚਦਾ। ਤੇ ਮਹਾਰਾਜ ਕਹਿੰਦੇ ਖੁਸ਼ੀ ਕੀਤੀ ਦਿਨ 4 ਦਿਨਾਂ ਵਾਸਤੇ ਖੁਸ਼ੀਆਂ ਮਾਣਦਾ ਹੈ।
ਕਿਉਂਕਿ ਪੈਸਾ ਘਰ ਵਿੱਚ ਬਹੁਤ ਹੈ, ਪਿਓ ਦਾਦੇ ਦੀ ਬਣਾਈ ਜ਼ਮੀਨ ਜਾਇਦਾਦ ਬਹੁਤ ਹੈ, ਤੇ ਉਸੇ ਜ਼ਮੀਨ ਜਾਇਦਾਦ ਨੂੰ ਵੇਚ-ਵੇਚ ਕੇ ਨਸ਼ੇ ਕਰਕੇ ਆਪਣੇ ਵੱਲੋਂ 4 ਦਿਨਾਂ ਦੀਆਂ ਖੁਸ਼ੀਆਂ ਮਾਣਦਾ ਹੈ। ਪਰ ਮਹਾਰਾਜ ਕਹਿੰਦੇ ਇਹ ਮਾਇਆ ਦੀਆਂ ਖੁਸ਼ੀਆਂ 4 ਦਿਨਾਂ ਦੀਆਂ ਨੇ, ਇਹ ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ ਬਿਲਬ ਨਾ ਹੋਏ। ਭਾਵ ਸਾਖਤ ਅਤੇ ਮਨਮੁਖ ਜਿਹੜਾ ਨਸ਼ਈ ਹੈ ਉਹ ਦੂਰ ਦੀ ਨਹੀਂ ਸੋਚਦਾ ਕਿ ਅੱਜ ਨਸ਼ਾ ਕਰਕੇ ਮੈਂ ਆਪਣਾ ਪੈਸਾ ਜੇ ਉਡਾ ਦਿਆਂਗਾ ਤੇ ਕੱਲ ਨੂੰ ਨਸ਼ਾ ਤੇ ਕੀ ਖਾਣ ਵਾਸਤੇ ਰੋਟੀ ਵੀ ਨਹੀਂ। ਤੇ ਨਸ਼ੇ ਦੇ ਆਦੀ ਨਸ਼ੇੜੀਆਂ ਦੇ ਪਰਿਵਾਰ, ਉਹਨਾਂ ਦੀਆਂ ਘਰ ਵਾਲੀਆਂ ਮਾਵਾਂ ਲੋਕਾਂ ਤੋਂ ਆਟਾ ਮੰਗ ਕੇ ਘਰ 'ਚ ਰੋਟੀ ਪਕਾਉਂਦੀਆਂ, ਕਿਉਂਕਿ ਘਰ ਦਾ ਜਿੰਨਾ ਭਾਂਡਾ ਛੰਨਾ ਹੈ, ਜਿੰਨੀਆਂ ਵਸਤੂਆਂ ਨੇ, ਉਹ ਤਾਂ ਨਸ਼ੇ ਦੀ ਖਾਤਰ ਵਿਕ ਚੁੱਕੀਆਂ। ਮਹਾਰਾਜ ਕਹਿੰਦੇ 4 ਦਿਨ ਤਾਂ ਖੁਸ਼ੀਆਂ ਕਰ ਲਵੇਂਗਾ, 4 ਦਿਨ ਮੌਜਾਂ ਮਾਣ ਲਵੇਂਗਾ, ਪਰ ਬਾਅਦ ਵਿੱਚ ਪਛਤਾਉਣਾ ਪਏਗਾ। ਬਾਅਦ ਵਿੱਚ 2 ਵਕਤ ਦੀ ਰੋਟੀ ਵੀ ਨਹੀਂ ਜੁੜੇਗੀ। ਇਹ ਨਸ਼ਾ ਤੇ ਭਾਈ ਘਰ ਬਰਬਾਦ ਕਰ ਦਿੰਦਾ ਹੈ। ਇਹਦੇ ਨਾਲ ਤੇ ਧਨ ਦੌਲਤ ਜਿੰਨਾ ਸਰਮਾਇਆ ਪਿਤਾ ਦਾਦੇ ਨੇ ਜੱਦੀ ਜਾਇਦਾਦ ਇਕੱਤਰ ਕੀਤੀ ਹੈ, ਉਹ ਸਾਰੀ ਵੀ ਬੰਦਾ ਉਜਾੜ ਲੈਂਦਾ। ਤਾਂ ਕਰਕੇ ਭਾਈ ਮਹਾਰਾਜ ਸਿੱਖਿਆ ਦਿੰਦੇ ਹਨ ਕਿ ਮੱਤੀ ਮਰਨ ਵਿਸਾਰਿਆ, ਜਿਨ੍ਹਾਂ ਸਾਖਤਾਂ ਨੇ ਮਤ ਵਿੱਚੋਂ ਭਾਵ ਬੁੱਧੀ ਵਿੱਚੋਂ ਮੌਤ ਨੂੰ ਭੁਲਾ ਦਿੱਤਾ ਹੈ। ਸੱਚ ਮਿਲਿਆ ਤਿਨ ਸੋਫੀਆ, ਰਾਖਣ ਕਉ ਦਰਬਾਰ। 2 ਸ਼ਬਦ ਨੇ, ਇੱਕ ਨਸ਼ੇੜੀ, ਦੂਸਰਾ ਹੈ ਸੋਫੀ। ਜਿਹੜਾ ਨਸ਼ੇ ਦਾ ਆਦੀ ਉਹ ਨਸ਼ੇੜੀ ਹੈ, ਜਿਹੜਾ ਨਸ਼ੇ ਦਾ ਤਿਆਗੀ ਉਹ ਸੋਫੀ ਹੈ, ਵੈਸ਼ਨੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਚ ਦੀ ਪ੍ਰਾਪਤੀ ਸੋਫੀਆਂ ਨੂੰ, ਜਿਨ੍ਹਾਂ ਨਸ਼ੇ ਦਾ ਤਿਆਗ ਕੀਤਾ। ਕਿਉਂਕਿ ਜਿਸ ਨੂੰ ਨਸ਼ੇ ਵਿੱਚੋਂ ਹੀ ਆਨੰਦ ਆਉਂਦਾ ਹੈ, ਨਸ਼ੇ ਵਿੱਚੋਂ ਹੀ ਜਿਹੜਾ ਸਵਾਦ ਭਾਲਦਾ ਹੈ, ਉਹਨੂੰ ਰੱਬ ਦੇ ਨਾਮ ਦਾ ਰਸ ਭਲਾ ਕਿਵੇਂ ਆ ਸਕਦਾ। ਉਹ ਤਾਂ ਖੂਹ ਦੇ ਡੱਡੂ ਵਾਂਗ ਉਸੇ ਨਸ਼ੇ ਨੂੰ ਹੀ ਸਭ ਕੁਝ ਸਮਝ ਰਿਹਾ ਹੈ ਕਿ ਇਹਦੇ ਤੋਂ ਬਗੈਰ ਦੁਨੀਆ ਹੀ ਹੋਰ ਕੋਈ ਨਹੀਂ। ਭੰਗ ਪੀਣ ਵਾਲਾ ਭੰਗ ਦੇ ਵਿੱਚੋਂ ਹੀ ਸਾਰੇ ਰਸ ਲੱਭਦਾ ਹੈ। ਹੋ ਤਾਂ ਨਸ਼ੇ ਦਾ ਆਦੀ ਜਾਂਦਾ ਹੈ, ਪਰ ਫਿਰ ਕਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਕਿ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ, ਗੁਰੂ ਸਾਹਿਬ ਨੇ ਆਗਿਆ ਦਿੱਤੀ ਨਸ਼ਾ ਕਰਨ ਦੀ, ਕਿ ਥੋੜਾ ਬਹੁਤਾ ਨਸ਼ਾ ਕਰ ਲੈਣਾ ਕੋਈ ਪਾਪ ਨਹੀਂ ਹੁੰਦਾ। ਪਿਆਰਿਓ, ਜ਼ਹਿਰ ਭਾਵੇਂ ਥੋੜੀ ਹੋਵੇ ਤੇ ਭਾਵੇਂ ਜ਼ਿਆਦੀ ਹੋਵੇ, ਮੌਤ ਤਾਂ ਉਹਦੇ ਨਾਲ ਹੋਏਗੀ ਹੀ ਹੋਏ। ਨਸ਼ੇ ਦੀ ਮਾਤਰਾ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ, ਇੱਕੋ ਹੀ ਗੱਲ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੱਚ ਮਿਲਿਆ ਤਿਨ ਸੋਫੀਆਂ। ਜਿਹੜੇ ਨਸ਼ੇ ਵੱਲੋਂ ਸੋਫੀ ਨੇ, ਜਿਨ੍ਹਾਂ ਨੇ ਪਰਹੇਜ਼ ਰੱਖਿਆ ਹੈ, ਆਪਣੀ ਸਿਹਤ ਨੂੰ ਵਿਗੜਨ ਨਹੀਂ ਦਿੱਤਾ, ਉਹਨਾਂ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੋਈ ਹੈ। ਰਾਖਣ ਕਉ ਦਰਬਾਰ, ਰਾਖਣ ਕਉ ਭਾਵ ਪ੍ਰਾਪਤ ਕਰਨ ਵਾਸਤੇ। ਦਰਬਾਰ ਵਾਹਿਗੁਰੂ ਦਾ ਦਰਬਾਰ, ਪਰਮੇਸ਼ਰ ਦੀ ਦਰਗਾਹ ਨੂੰ, ਉਹਦੇ ਸੱਚੇ ਘਰ ਨੂੰ, ਸੋ ਦਰ ਸੋ ਘਰ ਨੂੰ ਪ੍ਰਾਪਤ ਕਰਨ ਵਾਸਤੇ ਜਿਹੜੇ ਸੋਫੀ ਰਹੇ ਨੇ, ਉਹਨਾਂ ਨੂੰ ਹੀ ਸੱਚੇ ਨਾਮ ਦੀ ਪ੍ਰਾਪਤੀ ਹੋਈ ਹੈ। ਇਸੇ ਪ੍ਰਕਾਰ ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨਹਾਰ। ਗਲੋਲਾ ਕਹੀਏ ਮਾਵਾ, ਅਫੀਮ, ਤੇ ਅਫੀਮ ਅਸਲ ਵਿੱਚ ਸਾਧ ਸੰਗਤ ਜੀ ਮੋਹ ਦੀ ਅਫੀਮ। ਜਿਨ੍ਹਾਂ ਨੂੰ ਮੋਹ ਦੀ ਅਫੀਮ ਦਾ ਨਸ਼ਾ ਪਰਮਾਤਮਾ ਨੇ ਦਿੱਤਾ ਹੈ, ਭਾਵ ਸੰਸਾਰ ਅਤੇ ਪਰਿਵਾਰ ਦੇ ਮੋਹ ਵਿੱਚ ਜਿਹੜੇ ਬੱਝੇ ਹਨ। ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ 4। ਮੋਹ ਰੂਪੀ ਅਫੀਮ ਖਾਣ ਵਾਲਿਆਂ ਦੀ ਮੱਤ ਇੰਨੀ ਮਸਤ ਹੋ ਗਈ ਕਿ ਉਹਨਾਂ ਨੇ ਰੱਬ ਨੂੰ ਭੁਲਾ ਦਿੱਤਾ, ਮੌਤ ਨੂੰ ਭੁਲਾ ਦਿੱਤਾ,
4 ਦਿਨਾਂ ਵਾਸਤੇ ਦੁਨੀਆ ਦੀਆਂ ਖੁਸ਼ੀਆਂ ਨੂੰ ਮਾਣਿਆ। ਸੱਚ ਮਿਲਿਆ ਤਿਨ ਸੋਫੀਆ, ਰਾਖਣ ਕੋ ਦਰਬਾਰ। ਜਿਹੜੇ ਮੋਹ ਰੂਪੀ ਅਫੀਮ ਦੀ ਗੋਲੀ ਤੋਂ ਸੋਫੀ ਬਣੇ ਰਹੇ, ਉਹਨਾਂ ਨੂੰ ਹੀ ਸੱਚੇ ਨਾਮ ਦੀ ਪ੍ਰਾਪਤੀ ਹੋਈ। ਪਰਮੇਸ਼ਰ ਦੇ ਦਰ ਘਰ ਦੇ ਵਿੱਚ ਉਹੀ ਪਹੁੰਚੇ ਹਨ। ਨਾਨਕ ਸਾਚੇ ਕਉ ਸੱਚ ਜਾਣ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਉਸ ਸੱਚੇ ਅਕਾਲ ਪੁਰਖ ਨੂੰ ਹੀ ਸੱਚ ਜਾਣੋ। ਉਸ ਤੋਂ ਇਲਾਵਾ ਸਭ ਝੂਠ ਹੀ ਝੂਠ ਹੈ। ਦੁਨੀਆ ਦਾ ਜਿੰਨਾ ਪਸਾਰਾ ਹੈ, ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸਾਰਾ ਹੀ ਝੂਠ। ਜਗ ਸਾਚੋ ਮਿਥਿਆ ਕਿਦੋਂ ਗਹਿਓ ਤਜਿਓ ਨਹੀਂ ਜਾਤ। ਵਿਚਾਰ ਮਾਲਾ ਦੇ ਵਿੱਚ ਕਵੀ ਅਨਾਥ ਦਾਸ ਜੀ ਕਹਿੰਦੇ ਨੇ, ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ। ਮੈਂ ਇਸ ਦੁਬਿਧਾ ਦੇ ਵਿੱਚ ਫਸ ਗਿਆ ਹਾਂ। ਜਦੋਂ ਤਾਂ ਸੰਸਾਰ ਦੇ ਪਦਾਰਥਾਂ ਵਿੱਚੋਂ ਰਸ ਆਉਂਦਾ ਹੈ ਤੇ ਸੰਸਾਰ ਸੱਚਾ ਪ੍ਰਤੀਤ ਹੋਣ ਲੱਗ ਪੈਂਦਾ, ਤੇ ਜਦੋਂ ਸੰਸਾਰੀ ਪਦਾਰਥਾਂ ਤੋਂ ਵੈਰਾਗ ਆਉਂਦਾ ਹੈ, ਉਦੋਂ ਸੰਸਾਰ ਝੂਠਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਗਿਆਨ ਦੇ ਨਾਲ ਸੰਸਾਰ ਝੂਠਾ ਲੱਗਣ ਲੱਗ ਪੈਂਦਾ। ਤੇ ਸਰਪ ਚਚੁੰਦਰ ਮੁਖ ਜਿਉ ਗਹਿਓ ਤਜਿਓ ਨਹੀਂ ਜਾਤ। ਜਿਵੇਂ ਇੱਕ ਚਚੁੰਦਰ ਸੱਪ ਦੇ ਮੂੰਹ ਵਿੱਚ ਆ ਜਾਵੇ, ਨਾ ਉਸ ਨੂੰ ਖਾ ਸਕਦਾ ਹੈ, ਨਾ ਉਸ ਨੂੰ ਛੱਡ ਸਕਦਾ ਹੈ। ਮੇਰੀ ਹਾਲਤ ਵੀ ਕੁਝ ਐਵੇਂ ਦੀ ਹੈ। ਸੰਸਾਰ ਸੱਚਾ ਵੀ ਪ੍ਰਤੀਤ ਹੁੰਦਾ ਤੇ ਝੂਠਾ ਵੀ। ਕਦੇ ਜੀ ਕਰਦਾ ਸੰਸਾਰ ਦਾ ਤਿਆਗੀ ਬਣ ਜਾਵਾਂ, ਕਦੇ ਇਹਦੇ ਵਿੱਚ ਫਿਰ ਗਲਤਾਨ ਹੋ ਜਾਂਦਾ ਹਾਂ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਭਾਈ ਸੰਸਾਰ ਨੂੰ ਸੱਚਾ ਜਾਣਦਾ ਹੈ, ਉਹ ਧੋਖਾ ਖਾ ਜਾਵੇਗਾ। ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸੱਚ ਸਰੂਪ ਸਮਝੋ। ਉਸ ਤੋਂ ਇਲਾਵਾ ਸਭ ਝੂਠ ਹੀ ਝੂਠ। ਮੋਹ ਝੂਠ ਪਸਾਰਾ ਝੂਠ ਕਾ, ਝੂਠੇ ਲਪਟਾਏ। ਝੂਠੇ ਨੇ ਉਹ ਜੀਵ ਜਿਹੜੇ ਸੰਸਾਰ ਦੇ ਪਸਾਰੇ ਦੇ ਵਿੱਚ ਗਲਤਾਨ ਹੋਏ ਨੇ, ਜਿਨ੍ਹਾਂ ਨੂੰ ਦੁਨੀਆ ਦੀਆਂ ਸਹੂਲਤਾਂ, ਦੁਨਿਆਵੀ ਸੁੱਖ ਹੀ ਸਭ ਕੁਝ ਨਜ਼ਰ ਆਉਂਦੇ ਨੇ। ਉਹ ਜੀਵ ਆਪਣੀ ਜ਼ਿੰਦਗੀ ਨੂੰ ਅਤੇ ਆਪਣੇ ਇਸ ਜੀਵਨ ਦੇ ਮੌਕੇ ਨੂੰ ਗਵਾ ਲੈਣਗੇ। ਜਿਤ ਸੇਵਿਐ ਸੁਖ ਪਾਈਐ, ਤੇਰੀ ਦਰਗਹ ਚੱਲੈ ਮਾਣ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੁਆਰਾ ਲੋਕ ਪਰਲੋਕ ਦੇ ਵਿੱਚ ਸੁਖ ਪਾਈਦਾ ਹੈ, ਤੇ ਹੇ ਵਾਹਿਗੁਰੂ ਤੇਰੀ ਦਰਗਹ ਚੱਲੈ ਮਾਣ। ਤੇਰੇ ਘਰ ਵਿੱਚ, ਤੇਰੀ ਦਰਗਾਹ ਦੇ ਵਿੱਚ ਵੀ ਮਾਣ ਸਨਮਾਨ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਬਚਨ ਹੈ, ਨਾਨਕ ਧਰਮ ਐਸੇ ਚਵਹੇ ਕੀਤੋ ਪਵਨ ਪੁਨੀਤ। ਧਰਮ ਰਾਜਾ ਰੱਬ ਦੇ ਪਿਆਰਿਆਂ ਨੂੰ ਸਤਿਕਾਰ ਨਾਲ ਅੱਗੋਂ ਲੈਣ ਵਾਸਤੇ ਆਉਂਦਾ ਹੈ, ਤੇ ਘਰ ਵਿੱਚ ਬਿਠਾ ਕੇ ਸਨਮਾਨ ਨਾਲ ਆਖਦਾ, ਤੁਹਾਡੇ ਆਉਣ ਨਾਲ ਮੇਰਾ ਘਰ ਪਵਿੱਤਰ ਹੋ ਗਿਆ। ਧੰਨ ਭਾਗ ਮੇਰੇ, ਤੁਸੀਂ ਮੇਰੇ ਘਰ ਵਿੱਚ ਚਰਨ ਪਾਏ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਤ ਸੇਵਿਐ ਸੁਖ ਪਾਈਐ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੁਆਰਾ ਹੀ ਲੋਕ ਪਰਲੋਕ ਦਾ ਸੁਖ ਪਾਈਦਾ ਹੈ। ਇਸ ਦੁਨੀਆ ਵਿੱਚ ਵੀ ਸੋਭਾ ਮਿਲਦੀ ਹੈ, ਤੇ ਪਰਮੇਸ਼ਰ ਦੇ ਘਰ ਪਰਲੋਕ ਦੇ ਵਿੱਚ ਵੀ ਵਡਿਆਈ ਪ੍ਰਾਪਤ ਹੁੰਦੀ ਹੈ। ਤੇਰੀ ਦਰਗਹ ਚੱਲੈ ਮਾਣ। ਉਸ ਵਾਹਿਗੁਰੂ ਦੇ ਘਰ ਵਿੱਚ ਵੀ ਇੱਜ਼ਤ ਪ੍ਰਾਪਤ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਸੱਚ ਸਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਸੱਚ ਸਰਾ ਇੱਕ ਸੱਚ ਦੀ ਸ਼ਰਾਬ ਹੈ। ਗੁੜ ਬਾਹਰਾ, ਉਸ ਵਿੱਚ ਗੁੜ ਨਹੀਂ ਪੈਂਦਾ। ਬਸ ਇਹੀ ਫਰਕ ਹੈ। ਜਿਵੇਂ ਗੁੜ, ਕਿੱਕਰ ਦੇ ਸੱਕ ਤੇ ਧਾਵੇ ਦੇ ਫੁੱਲ ਨਾਲ ਸ਼ਰਾਬ ਦੀ ਭੱਠੀ ਵਿੱਚੋਂ ਸ਼ਰਾਬ ਬਣਾਈ ਜਾਂਦੀ ਹੈ। ਹੇ ਭਾਈ, ਅਸੀਂ ਇਸ ਸ਼ਰਾਬ ਦੇ ਤਾਂ ਆਦੀ ਨਹੀਂ, ਅਸੀਂ ਸੱਚੇ ਨਾਮ ਦੀ ਸ਼ਰਾਬ ਪੀਣ ਦੇ ਆਦੀ। ਆਕਤ ਧੂਰਾ ਖਾਵਣਾ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ।
ਅਸੀਂ ਉਸ ਨਾਮ ਦੇ ਗਾਹਕ ਹਾਂ, ਉਸ ਨਾਮ ਦੇ ਵਪਾਰੀ ਹਾਂ ਜਿਹਦੀ ਮਸਤੀ ਹਮੇਸ਼ਾ ਬਣੀ ਰਹਿੰਦੀ ਹੈ। ਸੱਚ ਸਦਾ ਗੁੜ ਬਾਹਰਾ, ਗੁੜ ਤੋਂ ਬਗੈਰ ਹੈ, ਜਿਸ ਵਿੱਚ ਸੱਚਾ ਨਾਉ। ਜਿਸ ਪਰਮੇਸ਼ਰ ਦੇ ਰਸ ਦੇ ਵਿੱਚ ਹੀ ਸੱਚੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅਥਵਾ ਸੱਚ ਸਦਾ ਗੁੜ ਬਾਹਰਾ, ਬਾਹਰਾ ਦਾ ਅਰਥ ਹੈ ਬਾਹਲਾ, ਬਹੁਤ ਜ਼ਿਆਦਾ, ਜਿਹਦੇ ਵਿੱਚ ਗਿਆਨ ਰੂਪੀ ਗੁੜ ਬਹੁਤ ਜ਼ਿਆਦਾ ਹੈ। ਉਸ ਗਿਆਨ ਰੂਪੀ ਗੁੜ ਤੋਂ ਤਿਆਰ ਹੋਈ ਸ਼ਰਾਬ ਦੇ ਅਸੀਂ ਆਦੀ ਹਾਂ, ਉਸ ਸ਼ਰਾਬ ਨੂੰ ਪੀਣ ਦੇ ਅਸੀਂ ਨਸ਼ਈ ਹਾਂ। ਸੱਚੇ ਨਾਮ ਦੀ ਸ਼ਰਾਬ, ਉਹਦੇ ਵਿੱਚੋਂ ਹੀ ਸਾਨੂੰ ਸਾਰੇ ਰਸ ਪ੍ਰਾਪਤ ਹੁੰਦੇ ਨੇ। ਉਹੀ ਸਾਡੇ ਮਨ ਨੂੰ ਖੁਮਾਰੀ ਚੜਾਉਂਦੀ ਹੈ, ਜਿਸ ਦੇ ਨਾਲ ਸਾਡਾ ਤਨ ਤੇ ਮਨ ਹਮੇਸ਼ਾ ਖੀਵਾ ਹੋ ਜਾਂਦਾ ਹੈ। ਸੁਣ ਹੈ ਬਖਾਣ ਹੈ ਜੇਤੜੇ, ਹਉ ਤਿਨ ਬਲਿਹਾਰੈ ਜਾਓ। ਵਾਹਿਗੁਰੂ ਦੇ ਨਾਮ ਦੀ ਵਡਿਆਈ ਨੂੰ ਸੁਣਨ ਵਾਲੇ ਤੇ ਨਾਮ ਦੀ ਵਡਿਆਈ ਨੂੰ ਸੁਣਾਉਣ ਵਾਲੇ ਜਿੰਨੇ ਵੀ ਮਹਾਤਮਾ ਜਨ, ਜਿੰਨੇ ਵੀ ਪਰਮਾਤਮਾ ਦੇ ਉਪਾਸ਼ਕ ਹਨ, ਹਉ ਤਿਨ ਬਲਿਹਾਰੈ ਜਾਓ। ਗੁਰੂ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਕਹਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਜਿਨ ਕਉ ਸਾਧੂ ਸੰਗ, ਨਾਮ ਹਰ ਰੰਗ, ਤਿਨੀ ਬ੍ਰਹਮ ਵਿਚਾਰਿਆ ਜੀਓ। ਪਰਮੇਸ਼ਰ ਦੀ ਵਡਿਆਈ ਉਚਾਰਨ ਕਰਨ ਵਾਲੇ ਪਵਿੱਤਰ ਨੇ। ਵਾਹਿਗੁਰੂ ਦੀ ਵਡਿਆਈ ਸਰਵਣ ਕਰਨ ਵਾਲੇ ਧਨਤਾ ਦੇ ਯੋਗ ਨੇ। ਤੇ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਕਰ ਕਮਲਾਂ ਨਾਲ ਪਰਮੇਸ਼ਰ ਦੀ ਵਡਿਆਈ ਨੂੰ ਕਾਗਜ਼ ਦੇ ਪੰਨਿਆਂ ਤੇ ਲਿਖ ਲਿਆ, ਉਹਨਾਂ ਦੀ ਤੇ ਸਾਰੀ ਕੁਲ ਹੀ ਤਰ ਜਾਂਦੀ ਹੈ। ਕਹਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀ। ਸਾਰੀ ਕੁਲ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਸਰੂਪ, ਗੁਰਬਾਣੀ ਦੇ ਸਾਰੇ ਅੰਗ ਆਪਣੇ ਹੱਥੀਂ ਲਿਖੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੀ ਇਹ ਮਹਾਨ ਬਖਸ਼ਿਸ਼ ਪ੍ਰਾਪਤ ਹੋਈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਉ ਤਿਨ ਬਲਿਹਾਰੈ ਜਾਉ। ਉਹਨਾਂ ਨਾਮ ਜਪਣ ਵਾਲਿਆਂ ਤੋਂ ਮੈਂ ਸਦਾ ਵਾਸਤੇ ਕੁਰਬਾਨ ਜਾਂਦਾ ਹਾਂ। ਤਾ ਮਨ ਖੀਵਾ ਜਾਣੀਐ, ਜਾ ਮਹਿਲੀ ਪਾਏ ਥਾਓ। ਖੀਵਾ ਦਾ ਅਰਥ ਹੈ ਮਸਤ। ਇਹ ਭਾਈ, ਇਹ ਮਨ ਉਦੋਂ ਹੀ ਮਸਤ ਹੁੰਦਾ ਹੈ, ਉਦੋਂ ਹੀ ਨਾਮ ਨੂੰ ਇੱਕ ਵੱਖਰਾ, ਅਨੋਖਾ ਤੇ ਬੜਾ ਅਨੂਠਾ ਜਿਹਾ ਆਨੰਦ ਪ੍ਰਾਪਤ ਹੁੰਦਾ ਹੈ। ਜਾਂ ਮਹਿਲੀ ਪਾਏ ਥਾਓ, ਜਦੋਂ ਪਰਮੇਸ਼ਰ ਦੇ ਸਰੂਪ ਰੂਪੀ ਮਹੱਲ ਦੇ ਵਿੱਚ ਇਸ ਨੂੰ ਥਾਂ ਪ੍ਰਾਪਤ ਹੋ ਜਾਂਦੀ। ਜਦੋਂ ਸੱਚਖੰਡ ਰੂਪੀ ਮਹੱਲ ਵਿੱਚ ਜਗ੍ਹਾ ਮਿਲ ਜਾਵੇ, ਉਦੋਂ ਹੀ ਮਨ ਆਨੰਦਿਤ ਹੁੰਦਾ ਹੈ, ਪ੍ਰਸੰਨ ਹੁੰਦਾ। ਫਿਰ ਹਰਖ ਅਨੰਤ ਸੋਗ ਨਹੀਂ ਪੀਆ, ਸੋ ਘਰ ਗੁਰ ਨਾਨਕ ਕਉ ਦੀਆ। ਜਿੱਥੇ ਬੇਅੰਤ ਖੁਸ਼ੀਆਂ ਨੇ, ਜਿੱਥੇ ਗਮੀ ਨਾਮ ਦੀ ਕੋਈ ਚੀਜ਼ ਨਹੀਂ, ਉਸ ਘਰ ਦੀ ਚਾਬੀ, ਉਸ ਘਰ ਦੀ ਕੁੰਜੀ ਗੁਰੂ ਸਾਹਿਬ ਦੇ ਦਿੰਦੇ। ਗੁਰ ਕੁੰਜੀ ਬਾਹੂ ਨਿਵਲ, ਮਨ ਕੋਠਾ ਤਨ ਛੱਤ। ਨਾਨਕ ਗੁਰ ਬਿਨ ਮਨ ਕਾ ਤਾਕ, ਨਾ ਉਗੜੈ ਅਵਰ ਨਾ ਕੁੰਜ ਹੱਥ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਸੱਚਖੰਡ ਰੂਪੀ ਘਰ ਦੇ ਦਰਵਾਜ਼ੇ ਦੀ ਚਾਬੀ ਗੁਰੂ ਕੋਲ ਹੈ। ਜਿਸ ਸਿੱਖ ਨੂੰ ਇਹ ਕੁੰਜੀ ਮਿਲ ਜਾਵੇ, ਜਿਹੜਾ ਇਸ ਘਰ ਦਾ ਮਾਲਕ ਬਣ ਜਾਏ, ਉਹਦਾ ਮਨ ਭਾਈ ਸਦਾ ਵਾਸਤੇ ਮਸਤ ਹੋ ਜਾਂਦਾ। ਜਦੋਂ ਸੱਚਖੰਡ ਵਿੱਚ ਜਗ੍ਹਾ ਪ੍ਰਾਪਤ ਕਰਨ ਦਾ ਸਵਾਲ ਆਉਂਦਾ ਹੈ, ਸਾਡੇ ਮਨ ਵਿੱਚ ਆਟੋਮੈਟਿਕਲੀ ਇਹ ਖਿਆਲ ਪੈਦਾ ਹੋ ਜਾਂਦੇ ਨੇ ਕਿ ਸੱਚਖੰਡ ਦੀ ਪ੍ਰਾਪਤੀ ਮੌਤ ਤੋਂ ਬਾਅਦ ਹੁੰਦੀ ਹੋਵੇਗੀ। ਲੇਕਿਨ ਹਕੀਕਤ ਇਹ ਹੈ, ਸੱਚਖੰਡ ਦੀ ਪ੍ਰਾਪਤੀ ਜਿਉਂਦੇ ਜਾਗਦੇ। ਜਿਹੜਾ ਜਿਉਂਦਿਆਂ ਸੱਚਖੰਡ ਵਿੱਚ ਪਹੁੰਚ ਗਿਆ, ਉਹੀ ਵਿਅਕਤੀ ਮੌਤ ਤੋਂ ਬਾਅਦ ਸੱਚਖੰਡ ਦਾ ਵਾਸੀ ਬਣਦਾ ਹੈ।
ਜਿਹੜਾ ਜਿਉਂਦਿਆਂ ਦੁਨਿਆਵੀ ਕੰਮਾਂ ਧੰਦਿਆਂ ਦੇ ਵਿੱਚ ਗਲਤਾਨ ਹੋ ਕੇ ਆਪਣਾ ਸਮਾਂ ਬਰਬਾਦ ਕਰਦਾ ਰਿਹਾ, ਉਸ ਨੂੰ ਮੌਤ ਤੋਂ ਬਾਅਦ ਸੱਚਖੰਡ ਵਾਸੀ ਨਹੀਂ ਕਿਹਾ ਜਾ ਸਕਦਾ। ਉਹ ਪਰਮੇਸ਼ਰ ਦੇ ਸਰੂਪ ਰੂਪੀ ਮਹੱਲ ਦਾ ਮਾਲਕ ਨਹੀਂ ਬਣ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਤਾਂ ਮਨ ਖੀਵਾ ਜਾਣੀਐ। ਇਹ ਮਨ ਉਦੋਂ ਹੀ ਮਸਤ ਹੁੰਦਾ ਹੈ, ਉਦੋਂ ਹੀ ਇਸ ਨੂੰ ਅਨੂਠਾ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਸੱਚਖੰਡ ਵਿੱਚ ਪਹੁੰਚ ਜਾਵੇ। ਨਾਉ ਨੀਰ ਚੰਗਿਆਈਆ ਸਤ ਪਰਮਲ ਤਨ ਵਾਸ। ਪਰਮੇਸ਼ਰ ਦਾ ਨਾਮ ਜਲ ਹੈ ਤੇ ਚੰਗਿਆਈਆਂ ਭਾਵ ਸ਼ੁਭ ਗੁਣ, ਸ਼ੁਭ ਗੁਣ ਅਤੇ ਪਰਮੇਸ਼ਰ ਦਾ ਨਾਮ ਜਲ ਹੈ। ਸਤ ਪਰਮਲ ਤਨ ਵਾਸ, ਸਤ ਕਹੀਏ ਉੱਚਾ ਆਚਰਣ, ਪਰਮਲ ਨਾਮ ਹੈ ਚੰਦਨ ਦਾ। ਤਨ ਵਾਸ, ਸਰੀਰ ਦੇ ਵਿੱਚੋਂ ਚੰਦਨ ਦੀ ਵਾਸ਼ਨਾ, ਸਰੀਰ ਦੇ ਵਿੱਚੋਂ ਚੰਦਨ ਵਰਗੀ ਸੁਗੰਧੀ ਉਹਨਾਂ ਮਹਾਂਪੁਰਖਾਂ ਤੋਂ ਆਉਂਦੀ ਹੈ ਜਿਨ੍ਹਾਂ ਦਾ ਕਰੈਕਟਰ ਚੰਗਾ। ਸਤ ਭਾਵ ਆਚਰਣ, ਜਿਨ੍ਹਾਂ ਦੇ ਪੱਲੇ ਚੰਗਾ ਕਿਰਦਾਰ ਹੈ, ਉਹਨਾਂ ਦੇ ਸਰੀਰ ਵਿੱਚੋਂ ਭਾਵ ਉਹਨਾਂ ਦੇ ਕੋਲੋਂ ਚੰਦਨ ਵਰਗੀ ਖੁਸ਼ਬੂ ਆਉਂਦੀ, ਚੰਦਨ ਵਰਗੀ ਮਹਿਕ ਆਉਂਦੀ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਜਿਹੜਾ ਚੰਦਨ ਛਿੜਕ ਕੇ ਤੂੰ ਕੁਝ ਪਲਾਂ ਵਾਸਤੇ ਆਪਣੇ ਕੱਪੜਿਆਂ ਨੂੰ ਖੁਸ਼ਬੂਦਾਰ ਬਣਾਉਂਦਾ ਹੈ, ਇਸ ਚੰਦਨ ਨਾਲ ਤੇਰੀ ਸੋਭਾ ਨਹੀਂ ਹੋਵੇਗੀ। ਤੇਰੀ ਵਡਿਆਈ ਇਸ ਵਿੱਚ ਹੈ ਕਿ ਤੇਰਾ ਕਿਰਦਾਰ ਕਿੰਨਾ ਕੁ ਚੰਗਾ ਹੈ, ਤੇਰੇ ਕਿਰਦਾਰ ਤੋਂ ਲੋਕੀ ਕਿੰਨਾ ਕੁ ਪ੍ਰਭਾਵਿਤ ਹੁੰਦੇ ਨੇ। ਤੇਰੀ ਵਡਿਆਈ ਇਹਦੇ ਵਿੱਚ ਹੈ। ਕਿਰਦਾਰ ਵਿੱਚੋਂ ਮਹਿਕ ਆਵੇ, ਤੇਰੇ ਆਚਰਣ ਵਿੱਚੋਂ ਖੁਸ਼ਬੂ ਆਵੇ। ਕੱਪੜਿਆਂ ਵਿੱਚੋਂ ਖੁਸ਼ਬੂ, ਕੱਪੜਿਆਂ ਨੂੰ ਖੁਸ਼ਬੂ ਲਾਉਣ ਦੀ ਫਿਰ ਲੋੜ ਨਹੀਂ ਪਵੇਗੀ। ਜਿਵੇਂ ਗੁਰਬਾਣੀ ਦਾ ਬਚਨ ਹੈ, ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਉਹਨਾਂ ਗੁਰਮੁਖਾਂ ਦਾ ਘਰ-ਬਾਰ, ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਤੇ ਸਵਾਰੀ ਕਰਦੇ ਨੇ ਉਹ ਘੋੜੇ, ਘੋੜਿਆਂ ਦੀਆਂ ਕਾਠੀਆਂ, ਉਹਦੇ ਥੱਲੇ ਪਾਉਣ ਵਾਲੇ ਤਾਰੂ, ਇਹ ਸਾਰੇ ਹੀ ਪਵਿੱਤਰ ਨੇ ਜਿਹੜੇ ਭਾਈ ਪਰਮੇਸ਼ਰ ਦਾ ਨਾਮ ਜਪਦੇ। ਨਾਉ ਨੀਰ ਚੰਗਿਆਈਆਂ, ਚੰਗਿਆਈਆਂ ਭਾਵ ਚੰਗੇ ਗੁਣ, ਚੰਗੀਆਂ ਆਦਤਾਂ, ਚੰਗਾ ਸੁਭਾਅ, ਇਹੀ ਜਲ ਹੈ ਜਿਹੜਾ ਤੇਰੇ ਮਨ ਦੀ ਮੈਲ ਨੂੰ ਧੋ ਦੇਵੇਗਾ। ਤੇ ਸਤ ਪਰਮਲ ਤਨ ਵਾਸ, ਉੱਚਾ ਆਚਰਣ, ਚੰਦਨ ਦੀ ਖੁਸ਼ਬੂ ਨਿਆਈ ਹੈ ਜਿਸ ਨਾਲ ਚਾਰੋਂ ਤਰਫ ਚਾਰ ਚੁਫੇਰੇ ਤੇਰੀ ਵਡਿਆਈ ਹੋਵੇਗੀ। ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ। ਲੱਖਾਂ ਦਾਤਾਂ ਦੇ ਵਿੱਚੋਂ ਇੱਕ ਹੀ ਸਭ ਤੋਂ ਵੱਡੀ ਦਾਤ ਹੈ। ਦਾਤ ਪ੍ਰਾਪਤ ਕਰਨੀ ਹਰ ਬੰਦੇ ਦੀ ਇੱਛਾ ਹੈ। ਹਰ ਕੋਈ ਚਾਹੁੰਦਾ ਮੈਨੂੰ ਰੱਬ ਕੋਲੋਂ ਬੇਅੰਤ ਦਾਤਾਂ ਪ੍ਰਾਪਤ ਹੋਣ, ਪਰ ਸਾਰੀਆਂ ਦਾਤਾਂ ਦੇ ਵਿੱਚੋਂ ਸ਼੍ਰੋਮਣੀ ਦਾਤ ਹੈ ਪਰਮੇਸ਼ਰ ਦੇ ਨਾਮ ਦੀ ਦਾਤ। ਲੱਖ ਦਾਤੀ ਇੱਕ ਦਾਤ, ਲੱਖਾਂ ਦਾਤਾਂ ਦੀ ਇੱਕ ਦਾਤ ਹੈ। ਗੁਰੂ ਪਾਤਸ਼ਾਹ ਕਹਿੰਦੇ, ਜਿਸ ਨੂੰ ਉਹ ਨਾਮ ਦੀ ਦਾਤ ਪ੍ਰਾਪਤ ਹੋ ਜਾਏ ਤਾਂ ਮੁਖ ਹੋਵੇ ਉਜਲਾ। ਉਦੋਂ ਹੀ ਇਹ ਮਨ, ਇਹ ਮੁਖ, ਮਨੁੱਖ ਦਾ ਇਹ ਜੀਵਨ ਉਜਲਾ ਕਹੀਏ ਸਾਫ਼ ਹੁੰਦਾ ਹੈ। ਉਦੋਂ ਹੀ ਚਾਰ ਚੁਫੇਰੇ ਸੋਭਾ ਵਡਿਆਈ ਹੁੰਦੀ ਹੈ ਜਦੋਂ ਲੱਖਾਂ ਦਾਤਾਂ ਦੀ ਇੱਕ ਦਾਤ ਭਾਵ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਏ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਸਾਲ। ਸਾਹਿਬ ਕਹਿੰਦੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਨਾਮ ਜਪਣ ਦੀ ਮਸ਼ੱਕਤ ਘਾਲੀ, ਮਿਹਨਤ ਕੀਤੀ। ਅਰਬੀ ਦਾ ਲਫ਼ਜ਼ ਹੈ ਮਸਕਤ।
ਅਰਬੀ ਦੇ ਵਿੱਚ ਇੱਕ ਮਸਕਤ ਸ਼ਬਦ ਵੀ ਹੈ, ਪਰ ਮਸਕਤ ਦਾ ਅਰਥ ਹੈ ਡਿੱਗਣ ਦੀ ਥਾਂ। ਇਸ ਕਰਕੇ ਇੱਥੇ ਲਫ਼ਜ਼ ਮਸਕਤ ਨਹੀਂ ਬਲਕਿ ਮਸਕਤ ਹੈ, ਮਿਹਨਤ ਮਸ਼ੱਕਤ ਦਾ ਵਾਚਕ ਹੈ। ਨਾਨਕ ਤੇ ਮੁਖ ਉਜਲੇ, ਉਹਨਾਂ ਜੀਵਾਂ ਦੇ ਮੁਖ ਲੋਕ ਪਰਲੋਕ ਵਿੱਚ ਉਜਲੇ ਕਹੀਏ ਸਾਫ਼ ਹਨ, ਉਹਨਾਂ ਦੇ ਚਿਹਰੇ ਤੇ ਕੋਈ ਵੀ ਦਾਗ ਨਹੀਂ। ਵੈਸੇ ਇਸ ਦੁਨੀਆ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਹਦੇ ਚਿਹਰੇ ਤੇ ਕੋਈ ਧੱਬਾ ਨਾ ਹੋਵੇ। ਹਾਂ, ਉਹ ਗੱਲ ਵੱਖਰੀ ਹੈ, ਕਿਸੇ ਦੇ ਦਾਗ ਪ੍ਰਗਟ ਹੋ ਜਾਂਦੇ ਨੇ, ਕਿਸੇ ਦੇ ਦਾਗ ਲੁਕੇ ਰਹਿੰਦੇ ਨੇ। ਹਰ ਚਿਹਰਾ ਦਾਗੀ ਹੈ। ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾ। ਸਤਿਗੁਰੂ ਸਾਹਿਬ ਕਹਿੰਦੇ ਨੇ, ਕਈ ਦਾਗ, ਕਈ ਔਗਣਾਂ ਦੇ ਧੱਬੇ ਬੰਦਾ ਆਪਣੇ ਚਿਹਰੇ ਤੇ ਲਗਾ ਕੇ ਲੈ ਜਾਂਦਾ ਹੈ। ਪਰ ਕਿੰਨੀ ਗਜ਼ਬ ਦੀ ਗੱਲ ਹੈ, ਜਦੋਂ ਸੰਸਾਰ ਤੇ ਆਉਂਦਾ ਹੈ ਉਦੋਂ ਇਸ ਨੂੰ ਰੱਬ ਨੇ ਇਹ ਚਿਹਰਾ ਬਿਲਕੁਲ ਸਾਫ਼ ਦਿੱਤਾ ਸੀ। ਜਦੋਂ ਜਨਮ ਹੋਇਆ ਸੀ ਉਦੋਂ ਇਹ ਚਿਹਰਾ ਬਿਲਕੁਲ ਸਾਫ਼ ਸੀ, ਕੋਈ ਵੀ ਦਾਗ ਨਹੀਂ, ਭਾਵ ਕੋਈ ਵੀ ਔਗਣ ਨਹੀਂ ਸੀ। ਲੇਕਿਨ ਜਦੋਂ ਤੱਕ ਮੌਤ ਆਉਂਦੀ ਹੈ, ਬੰਦਾ ਸੈਂਕੜੇ ਔਗਣਾਂ ਦੇ ਦਾਗ ਆਪਣੇ ਚਿਹਰੇ ਤੇ ਲਵਾ ਲੈਂਦਾ। ਬੜੇ ਯਤਨ ਸੇ ਓਡੀ ਕੰਬਰਿਆ, ਜਿਉਂ ਕੀ ਤਿਉਂ ਧਰ ਦੀਨ ਚੱਦਰਿਆ। ਉਰਦੂ ਦਾ ਅਦੀਬ ਕਹਿੰਦਾ ਹੈ ਕਿ ਪ੍ਰਮਾਤਮਾ ਨੇ ਇਹ ਜੀਵਨ ਚਿੱਟੀ ਚਾਦਰ ਵਰਗਾ ਦਿੱਤਾ ਸੀ, ਤੇ ਬੰਦੇ ਦਾ ਸੁਭਾਅ ਹੈ ਚਿੱਟੇ ਕੱਪੜੇ ਤੇ ਚਿੱਟੀ ਚਾਦਰ ਤੇ ਬੜੀ ਛੇਤੀ ਦਾਗ ਲਾ ਲੈਂਦਾ। ਹਾਲੇ ਕੱਪੜਾ ਮੈਲ ਖੋਰਾ ਹੋਵੇ ਤੇ ਭਾਵੇਂ ਕੁਝ ਦਿਨ ਕੱਢ ਜਾਏ, ਚਿੱਟੇ ਸਫੈਦ ਬਸਤਰ ਤੇ ਚਿੱਟੀ ਸਫੈਦ ਚਾਦਰ ਤੇ ਬੜੀ ਛੇਤੀ ਦਾਗ ਲਾਉਂਦਾ ਹੈ। ਤੋ ਮਹਾਰਾਜ ਕਹਿੰਦੇ ਨੇ, ਇਹ ਸਰੀਰ, ਇਹ ਜੀਵਨ ਇੱਕ ਚਿੱਟੀ ਚਾਦਰ ਵਰਗਾ ਸੀ, ਪਰ ਬੰਦੇ ਨੇ ਦਾਗੀ ਕਰ ਲਿਆ। ਜਦੋਂ ਤੱਕ ਪਰਲੋਕ ਵਿੱਚ ਜਾਂਦਾ ਹੈ, ਕਈ ਦਾਗ ਲੱਗ ਜਾਂਦੇ ਨੇ। ਇੱਥੇ ਗੁਰੂ ਪਾਤਸ਼ਾਹ ਕਹਿੰਦੇ, ਤਾਂ ਮੁਖ ਹੋਵੇ ਉਜਲਾ। ਹੇ ਭਾਈ, ਉਹਨਾਂ ਦਾ ਹੀ ਚਿਹਰਾ ਸਾਫ਼ ਹੈ, ਉਹਨਾਂ ਦਾ ਚਿਹਰਾ ਦਾਗ ਰਹਿਤ ਹੈ, ਜਿਨ੍ਹਾਂ ਨੇ ਲੱਖਾਂ ਦਾਤਾਂ ਦੀ ਇੱਕ ਦਾਤ, ਭਾਵ ਸਾਰੇ ਸੰਸਾਰੀ ਪਦਾਰਥਾਂ ਨੂੰ ਠੋਕਰ ਮਾਰ ਕੇ ਰੱਬ ਤੋਂ ਸੱਚੇ ਨਾਮ ਦੀ ਦਾਤ ਮੰਗੀ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਨੂੰ ਦੁਨਿਆਵੀ ਪਦਾਰਥ ਨਹੀਂ ਚਾਹੀਦੇ, ਸਾਨੂੰ ਤੇਰੇ ਨਾਮ ਦੀ ਦਾਤ ਚਾਹੀਦੀ ਹੈ। ਹੇ ਪਰਮੇਸ਼ਰ, ਸਾਡੇ ਕੋਲ ਦੁਨਿਆਵੀ ਪਦਾਰਥਾਂ ਦੀ ਕੋਈ ਘਾਟ ਨਹੀਂ, ਤੇਰਾ ਦਿੱਤਾ ਬੜਾ ਕੁਝ ਹੈ। ਹੁਣ ਤੂੰ ਆਪਣੇ ਨਾਮ ਸਿਮਰਨ ਦੀ, ਭਜਨ ਬਾਣੀ ਦੀ ਦਾਤ ਬਖਸ਼। ਦੁਨਿਆਵੀ ਪਦਾਰਥਾਂ ਵਿੱਚ ਕੋਈ ਮੋਹ ਨਹੀਂ ਕੀਤਾ, ਸਭ ਕੁਝ ਨੂੰ ਠੋਕਰ ਮਾਰ ਦਿੱਤੀ। ਇੱਕ ਪਾਸੇ ਦੁਨੀਆ ਦੀਆਂ ਸੁੱਖ ਸਹੂਲਤਾਂ ਮਿਲਦੀਆਂ ਸਨ, ਤੇ ਦੂਸਰੇ ਪਾਸੇ ਗੁਰੂ ਕੇ ਮਰਜੀਵੜੇ ਸਿੰਘਾਂ ਨੂੰ ਮੌਤ ਮਿਲਦੀ ਸੀ। ਪਰ ਮੌਤ ਨੂੰ ਗਲੇ ਲਾ ਲਿਆ ਤੇ ਸੰਸਾਰੀ ਪਦਾਰਥਾਂ ਨੂੰ ਠੋਕਰ ਮਾਰ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਸੂਬਾ ਸਰਹੰਦ ਵਜੀਦ ਖਾਨ ਨੇ ਉਹਨਾਂ ਨੂੰ ਕਚਹਿਰੀ 'ਚ ਖਿਲਾਰ ਕੇ ਸੋਚਿਆ ਕਿ ਹਾਲੇ ਬੱਚੇ ਨੇ, ਅਣਜਾਣ ਨੇ, ਇਹਨਾਂ ਨੂੰ ਤੇ ਗੱਲਾਂ ਵਿੱਚ ਉਲਝਾਇਆ ਜਾ ਸਕਦਾ ਹੈ, ਕਿਉਂਕਿ ਬੱਚਾ ਭੋਲਾ ਭਾਲਾ ਹੁੰਦਾ ਹੈ। ਪਹਿਲਾਂ ਖਾਣ ਪੀਣ ਦੇ ਲਾਲਚ ਦਿੱਤੇ, ਤੇ ਦੁਸ਼ਮਣ ਜਦੋਂ ਆਪਣੀ ਈਨ ਮਨਾਉਣੀ ਚਾਹੁੰਦਾ ਹੋਵੇ, ਦੁਸ਼ਮਣ ਜਦੋਂ ਆਪਣੀਆਂ ਸ਼ਰਤਾਂ ਮਨਾਉਣੀਆਂ ਚਾਹੁੰਦਾ ਹੋਵੇ, ਉਦੋਂ ਹੱਦੋਂ ਵੱਧ ਗਿਰ ਜਾਂਦਾ। ਆਖਰਕਾਰ ਸੂਬਾ ਸਰਹੰਦ ਵਜੀਦ ਖਾਂ ਇੱਥੋਂ ਤੱਕ ਥੱਲੇ ਗਿਰ ਗਿਆ ਕਿ ਕਹਿੰਦਾ, ਤੁਹਾਨੂੰ ਧੀਆਂ ਦੇ ਡੋਲੇ ਦਿੱਤੇ ਜਾਣਗੇ, ਬੇਗਮਾਂ ਦੇ ਡੋਲੇ ਦਿੱਤੇ।
ਹੋਰ ਕਈ ਪ੍ਰਕਾਰ ਦੇ ਵਹਾਦਿਆਂ ਤੇ ਮੁਫਾਦ ਕੀਤੇ ਗਏ, ਕਈ ਪ੍ਰਕਾਰ ਦੇ ਉੱਥੇ ਲਾਲਚ ਦਿੱਤੇ ਗਏ ਕਿ ਤੁਹਾਨੂੰ ਬੜੇ ਸੁੱਖ ਮਿਲਣਗੇ, ਤੁਹਾਨੂੰ ਉੱਚੇ ਉੱਚੇ ਰੁਤਬੇ ਦਿੱਤੇ ਜਾਣਗੇ। ਪਰ ਗੁਰੂ ਦੇ ਲਾਲਾਂ ਨੇ ਉਹਨਾਂ ਰੁਤਬਿਆਂ ਨੂੰ ਠੋਕਰ ਮਾਰ ਕੇ ਮੌਤ ਪ੍ਰਵਾਨ ਕਰ ਲਈ, ਸ਼ਹਾਦਤ ਪ੍ਰਵਾਨ ਕਰ। ਲੱਖ ਦਾਤੀ ਇੱਕ ਦਾਤ, ਜਿੱਥੇ ਰੱਬ ਦਾ ਨਾਮ ਲੱਖਾਂ ਦਾਤਾਂ ਦੀ ਇੱਕ ਦਾਤ ਹੈ, ਉੱਥੇ ਸ਼ਹਾਦਤ ਵੀ ਲੱਖਾਂ ਦਾਤਾਂ ਵਿੱਚੋਂ ਇੱਕ ਦਾਤ ਹੈ। ਗੁਰੂ ਸਾਹਿਬ ਦਾ ਬਚਨ ਹੈ ਕਿ ਕਰਮ ਖੰਡ ਵਿੱਚ ਪਹੁੰਚਿਆ ਹੋਇਆ ਜੋਗੀ ਵੀ ਉਸ ਅਵਸਥਾ ਦਾ ਆਨੰਦ ਨਹੀਂ ਮਾਣ ਸਕਦਾ ਜਿਹੜੀ ਅਵਸਥਾ ਦਾ ਆਨੰਦ ਇੱਕ ਸ਼ਹੀਦ ਮਾਣ ਸਕਦਾ। ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਦਾ ਬਚਨ ਹੈ ਕਿ 100 ਜਨਮ ਦੀ ਭਗਤੀ ਤੇ 1 ਜਨਮ ਦੀ ਸ਼ਹੀਦੀ। ਤਾਂ ਕਰਕੇ ਨਾਮ ਜਿੱਥੇ ਲੱਖਾਂ ਦਾਤਾਂ ਦੀ ਇੱਕ ਦਾਤ ਹੈ, ਉੱਥੇ ਸ਼ਹਾਦਤ ਵੀ ਬੜੀ ਵੱਡਮੁੱਲੀ ਦਾਤ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਤਾਂ ਮੁਖ ਹੋਵੇ ਉਜਲਾ, ਤਾਂ ਹੀ ਭਾਈ ਇਹ ਮੁਖ ਭਾਵ ਇਹ ਚਿਹਰਾ ਸਾਫ਼ ਸੁਥਰਾ ਰਹਿੰਦਾ ਹੈ ਜਦੋਂ ਨਾਮ ਜਪਿਆ ਜਾਵੇ। ਦੁਖ ਤਿਸੈ ਪਹਿ ਆਖੀ ਹੈ, ਦੁਖ ਜਿਸੈ ਹੀ ਪਾਸ। ਕਈਆਂ ਦੀ ਆਦਤ ਹੁੰਦੀ ਹੈ ਜਣੇ ਖਣੇ ਕੋਲ ਆਪਣੇ ਦੁੱਖ ਫਰੋਲਣ ਲੱਗ ਪੈਂਦੇ ਨੇ, ਪਰ ਪਰਮੇਸ਼ਰ ਨੇ ਇੱਕ ਵਿਧਾਨ ਬਣਾਇਆ ਹੈ, ਸੰਸਾਰ ਤੇ ਆਇਆ ਹਰ ਬੰਦਾ ਦੁਖੀ। ਫਿਰ ਸਿਆਣਾ ਸੂਝਵਾਨ ਵਿਅਕਤੀ ਸੋਚਦਾ ਕਿ ਜਦੋਂ ਹਰ ਬੰਦਾ ਦੁਖੀ ਹੈ, ਫਿਰ ਮੈਂ ਕਿਸੇ ਕੋਲੇ ਕਿਉਂ ਆਪਣਾ ਦੁੱਖ ਫਰੋਲਾਂ, ਕਿਉਂਕਿ ਸੰਸਾਰ ਵਿੱਚ ਤਾਂ ਸੁਖੀ ਹੀ ਕੋਈ ਨਹੀਂ। ਜਿਸ ਨੂੰ ਦੁੱਖ ਸੁਣਾਵਾਂਗਾ ਉਹ ਅੱਗੋਂ ਆਪਣੇ ਦੁੱਖਾਂ ਨਾਲ ਭਰਿਆ ਹੋਵੇਗਾ। ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਭਵ ਸਾਗਰ ਤਰਿਆ। ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਤ ਜਸ ਘਾਟੈ। ਗੁਰੂ ਸਾਹਿਬ ਕਹਿੰਦੇ ਨੇ ਪਰਮੇਸ਼ਰ ਤੋਂ ਬਗੈਰ ਤੇਰੀ ਬਿਰਥਾ ਨੂੰ, ਤੇਰੇ ਦੁੱਖਾਂ ਨੂੰ ਕੋਈ ਕੱਟ ਨਹੀਂ ਸਕਦਾ। ਇਸ ਕਰਕੇ ਜਣੇ ਖਣੇ ਕੋਲ ਆਪਣੇ ਦੁੱਖਾਂ ਦੀ ਗਠੜੀ ਫਰੋਲਣ ਨਾਲੋਂ ਚੰਗਾ ਹੈ ਕਿ ਦੁੱਖ ਤਿਸੈ ਪਹਿ ਆਖੀ। ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਣੇ ਦੱਸ, ਕਿਉਂਕਿ ਸੁਖ ਜਿਸੈ ਹੀ ਪਾਸ, ਜਿਸ ਦੇ ਕੋਲ ਹੀ ਸਾਰੇ ਸੁਖ ਹਨ। ਜਿਹੜਾ ਤੈਨੂੰ ਸੁਖ ਦੇ ਸਕਦਾ ਹੈ, ਦੁੱਖ ਦੱਸਣ ਦਾ ਫਾਇਦਾ ਵੀ ਉਸੇ ਕੋਲ ਹੈ। ਕਿਸੇ ਬੰਦੇ ਕੋਲ ਦੁੱਖ ਦੱਸਣ ਦੇ 4 ਨੁਕਸਾਨ ਨੇ। ਪਹਿਲਾ ਨੁਕਸਾਨ ਹੈ ਕਿ ਜਿਹਦੇ ਕੋਲ ਦੁੱਖ ਦੱਸੋਗੇ ਉਹ ਬੰਦਾ ਤੁਹਾਡਾ ਦੁੱਖ ਸੁਣ ਕੇ ਤੁਹਾਡੇ ਨਾਲੋਂ ਨਫ਼ਰਤ ਕਰਨ ਲੱਗ ਪਵੇਗਾ। ਕਦੇ ਵੀ ਕੋਈ ਦੁਖੀ ਬੰਦੇ ਨਾਲ ਪਿਆਰ ਨਹੀਂ ਕਰਦਾ, ਦੁਖੀ ਨਾਲ ਕਦੇ ਵੀ ਕੋਈ ਮਿੱਤਰਤਾ ਨਹੀਂ ਪਾਉਂਦਾ। ਇਹ ਦੁੱਖ ਦੱਸਣ ਦਾ ਪਹਿਲਾ ਨੁਕਸਾਨ ਹੈ। ਦੁੱਖ ਦੱਸਣ ਦਾ ਦੂਜਾ ਨੁਕਸਾਨ ਹੈ ਕਿ ਜਿਹਦੇ ਕੋਲ ਦੁੱਖ ਦੱਸੋਗੇ, ਅੱਜ ਦੱਸੋਗੇ, ਕੱਲ ਦੱਸੋਗੇ, ਪਰਸੋਂ ਦੱਸੋਗੇ, ਚੌਥ ਨੂੰ ਉਹ ਬੰਦਾ ਤੁਹਾਡੇ ਤੋਂ ਕੰਨੀ ਕਤਰਾ ਜਾਵੇਗਾ ਕਿ ਜਦੋਂ ਵੀ ਕੋਲ ਬੈਂਦਾ ਹੈ ਆਪਣੀ ਰਾਮ ਕਥਾ ਸ਼ੁਰੂ ਕਰ ਲੈਂਦਾ ਹੈ। ਚੰਗਾ ਹੋਵੇਗਾ ਇਹਦੇ ਕੋਲ ਹੀ ਨਾ ਬੈਠੇ। ਇਹ ਦੂਜਾ ਨੁਕਸਾਨ ਹੈ, ਤੁਹਾਡੇ ਕੋਲ ਕੋਈ ਬੈਠਣਾ ਪਸੰਦ ਨਹੀਂ ਕਰੇਗਾ। ਤੀਸਰਾ ਨੁਕਸਾਨ ਹੈ ਕਿ ਜਿਸ ਨੂੰ ਦੁੱਖ ਦੱਸੋਗੇ ਉਹ ਤੁਹਾਡੇ ਦੁੱਖ ਦਾ ਮਖੌਲ ਉਡਾਵੇਗਾ। ਦੁਨੀਆ ਵਿੱਚ ਹਮਦਰਦ ਤੇ ਬੜੇ ਘੱਟ ਮਿਲਦੇ ਨੇ, ਪਰ ਮਜ਼ਾਕ ਉਡਾਉਣ ਵਾਲੇ ਬਹੁਤ ਮਿਲਦੇ। ਦੁੱਖ ਦੱਸੋਗੇ ਅਗਲਾ ਤੁਹਾਡਾ ਮਜ਼ਾਕ ਉਡਾਵੇਗਾ। ਚੌਥਾ ਨੁਕਸਾਨ ਹੈ ਕਿ ਜਿਸ ਨੂੰ ਦੁੱਖ ਦੱਸੋਗੇ ਉਹ ਤੁਹਾਡੇ ਦੁੱਖ ਦਾ ਕੋਈ ਹੱਲ ਨਹੀਂ ਕਰ ਸਕਦਾ। ਪਰ ਗੁਰਸਿੱਖਾ ਜਦੋਂ ਗੁਰੂ ਕੋਲ ਆ ਕੇ ਆਪਣਾ ਦੁੱਖ ਦੱਸੇਗਾ, ਗੁਰੂ ਕੋਲ ਇਹ ਚਾਰੇ ਹੀ ਗੱਲਾਂ ਨਹੀਂ ਵਾਪਰਦੀਆਂ। ਗੁਰੂ ਕੋਲੋਂ ਕੀ ਮਿਲਦਾ ਹੈ? ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ, ਤਾਂ ਸਰਬ ਸੁਖ ਪਾਈਐ। ਬਿਲਾਵਲ ਕੀ ਵਾਰ ਦਾ ਮਹਾਰਾਜ ਦਾ ਬਚਨ ਹੈ ਕਿ ਜਿਹੜੀਆਂ ਦਿਲ ਦੀਆਂ ਗੁੱਝੀਆਂ ਗੱਲਾਂ ਨੇ,
ਜਿਹਨੂੰ ਸੀਕ੍ਰੇਟ ਕਿਹਾ ਜਾਂਦਾ, ਜਿਹੜੀਆਂ ਕਿਸੇ ਨਾਲ ਵੀ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ, ਉਹਨਾਂ ਅੰਦਰ ਦੀਆਂ ਗੱਲਾਂ ਨੂੰ ਗੁਰੂ ਨਾਲ ਸਾਂਝੀਆਂ ਕਰ। ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ, ਤਾਂ ਸਰਬ ਸੁਖ। ਮਹਾਰਾਜ ਕਹਿੰਦੇ ਫਿਰ ਸਾਰੇ ਹੀ ਸੁੱਖ ਪ੍ਰਾਪਤ ਹੋਣਗੇ। ਸਾਹਿਬ ਕਹਿ ਰਹੇ ਨੇ, ਦੁਖ ਤਿਸੈ ਪਹਿ ਆਖੀਐ, ਸੁਖ ਜਿਸੈ ਹੀ ਪਾਸ। ਜਿਸ ਦੇ ਕੋਲ ਸੁੱਖ ਹਨ ਉਹਦੇ ਕੋਲ ਹੀ ਦੁੱਖ ਦੱਸਣ ਦਾ ਫਾਇਦਾ ਹੈ, ਕਿਉਂਕਿ ਉਹੀ ਸੁੱਖਾਂ ਨਾਲ ਤੈਨੂੰ ਭਰਪੂਰ ਕਰ ਸਕਦਾ ਹੈ। ਸੋ ਕਿਉ ਮਨਹੁ ਵਿਸਾਰੀਐ, ਜਾ ਕੇ ਜੀਵ ਪ੍ਰਾਣ। ਜਿਸ ਵਾਹਿਗੁਰੂ ਨੇ ਜੀਵ ਆਤਮਾ ਅਤੇ ਪ੍ਰਾਣ ਭਾਵ ਸਵਾਸ ਬਖਸ਼ੇ ਹਨ, ਉਸ ਪਰਮਾਤਮਾ ਨੂੰ ਭਾਈ ਕਿਉਂ ਮਨ ਵਿੱਚੋਂ ਵਿਸਾਰਨਾ ਹੈ, ਕਿਉਂ ਉਸ ਨੂੰ ਭੁਲਾਉਂਦਾ ਹੈ? ਸਦਾ ਵਾਸਤੇ ਉਸ ਨੂੰ ਯਾਦ ਰੱਖ। ਤਿਸ ਬਿਨ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਬਾਕੀ ਸਭ ਕੁਝ ਮੈਲਾ ਹੈ। ਜਿੰਨਾ ਕੁਝ ਤੂੰ ਖਾਂਦਾ ਪੀਂਦਾ ਹੈ ਇਹ ਵੀ ਮੈਲ ਹੀ ਹੈ। ਮੈਲਾ ਖਾਏ ਫਿਰ ਮੈਲ ਵਧਾਏ। ਜੋ ਪਦਾਰਥ ਤੂੰ ਖਾਂਦਾ ਹੈ ਇਹ ਮੈਲੇ ਨੇ। ਕਿਵੇਂ ਮੈਲੇ ਨੇ? ਜਦੋਂ ਤੇ ਰਸੋਈ ਵਿੱਚ ਪੱਕਦੇ ਨੇ ਉਦੋਂ ਤਾਂ ਬੜੀਆਂ ਮਹਿਕਾਂ ਆਉਂਦੀਆਂ। ਮਸਾਲੇਦਾਰ ਭੋਜਨ ਨੂੰ ਜਦੋਂ ਤੜਕੇ ਲੱਗਦੇ ਨੇ ਬੜੀ ਖੁਸ਼ਬੂ ਆਉਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਜਦੋਂ ਉਹ ਸਵਾਦਲਾ ਭੋਜਨ ਇਸ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਫਿਰ ਉਹ ਵਿਸ਼ਟਾ ਬਣ ਜਾਂਦਾ। ਤੇ ਜਿਸ ਪਦਾਰਥ ਵਿੱਚੋਂ ਪਹਿਲਾਂ ਮਹਿਕ ਆਉਂਦੀ ਸੀ, ਬਾਅਦ ਵਿੱਚ ਉੱਥੋਂ ਇੰਨੀ ਬਦਬੂ ਆਉਂਦੀ ਹੈ ਕਿ ਬੰਦਾ ਥੁੱਕ ਕੇ ਲੰਘਦਾ ਹੈ। ਗੁਰਬਾਣੀ ਦਾ ਬਚਨ ਹੈ, ਪਹਿਲਾਂ ਸੁੱਚਾ ਹੋਏ ਕੈ ਸੁੱਚੇ ਬੈਠਾ ਆਏ, ਸੁੱਚਾ ਹੋਏ ਕੈ ਜੀਵਿਆ। ਪਹਿਲਾਂ ਸੁੱਚਾ ਹੋਏ ਕੈ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਨੂੰ ਕੋਈ ਨਾ ਭਿੱਟਿਓ ਜਾਏ। ਸੁੱਚਾ ਹੋਏ ਕੈ ਜੀਵਿਆ ਲੱਗਾ ਪੜਨ ਸਲੋਕ, ਕੋਹਥੀ ਜਾਈ ਸੱਟਿਆ ਕਿਸ ਇਹੋ ਲੱਗਾ ਦੋਖ। ਭੋਜਨ ਤਾਂ ਬੜੀ ਸੁਚਮਤਾ ਨਾਲ ਤਿਆਰ ਕੀਤਾ ਸੀ। ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪ ਇਸ਼ਨਾਨ ਪਾਣੀ ਕੀਤਾ, ਫਿਰ ਸੁੱਚੇ ਬੈਠਾ ਆਏ, ਸੁੱਚੀ ਸਾਫ਼ ਜਗ੍ਹਾ ਤੇ ਆ ਕੇ ਬੈਠਿਆ ਤੇ ਸੁੱਚਾ ਹੋਏ ਕੈ ਜੀਵਿਆ ਲੱਗਾ ਪੜਨ ਸਲੋਕ। ਬੜੀ ਸੁਚਮਤਾ ਦੇ ਨਾਲ ਪ੍ਰਸ਼ਾਦਾ ਪਾਣੀ ਛਕਿਆ ਤੇ ਬਾਅਦ ਵਿੱਚ ਪਰਮਾਤਮਾ ਦਾ ਧੰਨਵਾਦ ਕਰਨ ਵਾਸਤੇ ਸ਼ਲੋਕ ਵੀ ਪੜ੍ਹੇ। ਤੇ ਪਰ ਕੋਹਥੀ ਜਾਈ ਸੱਟਿਆ। ਕੋਹਥੀ ਮਤਲਬ ਕੁਥਾਂ, ਮੈਲੀ ਜਗ੍ਹਾ, ਭੈੜੀ ਜਗ੍ਹਾ। ਉਸ ਮਲੀਨ ਤੇ ਅਪਵਿੱਤਰ ਜਗ੍ਹਾ ਦੇ ਵਿੱਚ ਇਸ ਭੋਜਨ ਨੂੰ ਸੱਟ ਦਿੱਤਾ ਤੇ ਕਿਸ ਇਹੋ ਲੱਗਾ ਦੋਖ। ਭੈੜੀ ਜਗ੍ਹਾ ਤੇ ਸੁੱਟਣ ਦਾ ਦੋਸ਼, ਮੈਲੀ ਜਗ੍ਹਾ ਤੇ ਸੁੱਟਣ ਦਾ ਦੋਸ਼ ਕਿਹਨੂੰ ਲੱਗਿਆ? ਬੰਦੇ ਨੂੰ। ਤੇ ਨਤੀਜਾ ਕੀ ਨਿਕਲਿਆ ਕਿ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਜਿਹੜੇ ਦਿਵਯ ਸ਼ਕਤੀ ਰੱਖਣ ਵਾਲੇ ਦੇਵਤੇ ਸੀ, ਅਨਾਜ, ਪਾਣੀ, ਲੂਣ, ਅੱਗ ਤੇ ਘਿਓ, ਇਹਨਾਂ ਦਾ ਸਤਿਕਾਰ ਪੁਰਾਣੇ ਸਮੇਂ ਤੋਂ ਲੈ ਕੇ ਦੇਵਤਿਆਂ ਦੇ ਸਮਾਨ ਕੀਤਾ ਜਾਂਦਾ ਸੀ। ਅਗਨੀ ਦੇਵਤਾ, ਅਨਾਜ ਦੇਵਤਾ, ਪਾਣੀ ਦੇਵਤਾ, ਇਹਨਾਂ ਦੇਵਤਿਆਂ ਦਾ ਤਿਆਰ ਕੀਤਾ ਹੋਇਆ ਭੋਜਨ ਤੋਂ ਇੰਨੀ ਮੈਲੀ ਜਗ੍ਹਾ ਤੇ ਸੁੱਟ ਦਿੱਤਾ। ਪੰਜਵਾਂ ਪਾਇਆ ਕਿਰਤ, ਘਿਓ ਪਾਇਆ ਤੇ ਭੋਜਨ ਹੋਰ ਵੀ ਸਵਾਦਲਾ ਬਣ ਗਿਆ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਰ ਮਹਾਰਾਜ ਕਹਿੰਦੇ ਨੇ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤੇ। ਜਦੋਂ ਇਸ ਪਾਪੀ ਸਰੀਰ ਦੇ ਵਿੱਚ ਉਸ ਭੋਜਨ ਨੂੰ ਪਾਇਆ ਗਿਆ, ਫਿਰ ਉਸੇ ਭੋਜਨ ਦੇ ਉੱਪਰ ਥੁੱਕਾਂ ਪਈਆਂ, ਵਿਸ਼ਟਾ ਬਣ ਗਿਆ ਤੇ ਬਦਬੂ ਆਉਣ ਲੱਗ ਪਈ। ਬੰਦਾ ਥੁੱਕ ਕੇ ਲੰਘਦਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ, ਤਿਸ ਬਿਨ ਸਭ ਅਪਵਿੱਤਰ ਹੈ। ਪਰਮੇਸ਼ਰ ਤੋਂ ਬਗੈਰ ਜੋ ਕੁਝ ਵੀ ਖਾਣਾ ਹੈ, ਪਹਿਨਣਾ ਹੈ ਭਾਈ, ਸਭ ਕੁਝ ਮੈਲਾ ਹੀ ਹੈ। ਇਹ ਸਰੀਰ ਦੀ ਮੈਲ ਨੂੰ ਵਧਾਉਂਦਾ ਹੈ ਤੇ ਇਸ ਅਪਵਿੱਤਰ ਭੋਜਨ ਦੇ ਦੁਆਰਾ
ਇਸ ਅਪਵਿੱਤਰ ਖਾਣਾ ਤੇ ਪਹਿਨਣ ਦੇ ਨਾਲ ਮਨੁੱਖ ਦਾ ਮਨ ਵੀ ਮੈਲਾ ਹੋ ਜਾਂਦਾ ਹੈ। ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਹੋਰ ਗੱਲਾਂ ਸਭ ਕੂੜੀਆਂ। ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿੰਨੀਆਂ ਵੀ ਗੱਲਾਂ ਬਾਤਾਂ ਨੇ ਸਭ ਝੂਠੀਆਂ ਨੇ। ਤੁਧ ਭਾਵੈ ਪਰਵਾਣ, ਜਿਹੜੀ ਗੱਲ ਤੈਨੂੰ ਭਾ ਜਾਵੇ, ਜਿਹੜੀ ਗੱਲ ਤੈਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੈ। ਭਾਵ ਉਹੀ ਗੱਲ ਸਫਲ ਹੈ, ਉਹੀ ਬਚਨ ਸਫਲੇ ਨੇ ਜਿਹੜੇ ਪਰਮੇਸ਼ਰ ਨੂੰ ਭਾ ਜਾਣ। ਭਾਵ ਉਹਦੀ ਵਡਿਆਈ ਸਿਫਤ ਸਲਾਹ ਦੇ ਬਚਨ ਉਚਾਰਨੇ ਹੀ ਭਾਈ ਪ੍ਰਵਾਨ ਹਨ। ਉਸ ਤੋਂ ਬਗੈਰ ਦੁਨਿਆਵੀ ਗੱਲਾਂ ਸਭ ਝੂਠੀ। ਗੱਲੀ ਗੱਲਾਂ ਸਿਰਜਣਹਾਰ, ਜਬ ਲਗ ਹਿਰਦੈ ਨਾ ਆਵਹਿ ਯਾਦ। ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨਾ ਆਵਹਿ ਯਾਦ। ਜਦੋਂ ਤੱਕ ਪਰਮੇਸ਼ਰ ਦੀ ਯਾਦ ਨਹੀਂ ਆਉਂਦੀ, ਮਹਾਰਾਜ ਕਹਿੰਦੇ ਫਿਰ ਖਾਣਾ ਪੀਣਾ ਹੱਸਣਾ ਗੱਲਾਂ ਕਰਨੀਆਂ ਸਭ ਕੁਝ ਹੀ ਵਿਅਰਥ ਹੈ। ਕਿਸੇ ਦਾ ਕੱਖ ਵੀ ਫਾਇਦਾ ਨਹੀਂ ਹੋਵੇਗਾ। ਤੋ ਗੁਰੂ ਪਾਤਸ਼ਾਹ ਇਸ ਉਪਦੇਸ਼ ਦੇ ਨਾਲ ਉਸ ਅਮਲੀ ਆਦਮੀ ਨੂੰ ਅਤੇ ਸਮੁੱਚੇ ਸਿੱਖਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕਲਿਆਣਕਾਰੀ ਸਿੱਖਿਆ ਦਿੰਦੇ ਹਨ ਕਿ ਭਾਈ ਵਾਹਿਗੁਰੂ ਦੇ ਨਾਮ ਤੋਂ ਬਗੈਰ ਜਿੰਨੇ ਵੀ ਨਸ਼ੇ ਨੇ ਸਾਰੇ ਨਸ਼ੇ ਸਰੀਰ ਦਾ ਸਤਿਆਨਾਸ਼ ਕਰਦੇ ਨੇ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲੋਂ ਤੋੜਦੇ ਹਨ। ਇੱਥੋਂ ਤੱਕ ਸਤਿਗੁਰੂ ਜੀ ਨੇ ਪਾਵਨ ਬਾਣੀ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਲੋਕ ਪਰਲੋਕ ਸਫਲ ਹੋ ਜਾਵੇ। ਇੰਨੀਆਂ ਬੇਨਤੀਆਂ ਸਰਬੱਤ ਸੰਗਤ ਨੇ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਭਨਾਂ ਦਾ ਧੰਨਵਾਦ। ਸਤਿਗੁਰੂ ਪਾਤਸ਼ਾਹ ਮਹਾਰਾਜ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਤਿਸ ਵਿਣ ਸਭ ਅਪਵਿੱਤਰ ਹੈ, ਚੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆ ਤੁਧ ਭਾਵੈ ਪਰਵਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।